ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਇ ਅੰਧ ਲਖੈ ਬਦਰੋ ਸੁਨੈ ਜਾਉ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦੇ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤਲੇ ਛਡਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤਲੇ ਛਡਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ, ਦੀਨਾਂ ਉੱਤੇ ਦਇਆਲਤਾ ਕਰਨ ਵਾਲੇ, ਲੋਕ ਪਰਲੋਕ ਕੇ ਰੱਖਿਅਕ, ਬੰਦੀ ਛੋੜ ਸਤਿਗੁਰੂ, ਚਵਰ ਛਤਰ ਤਖਤਾਂ ਦੇ ਮਾਲਕ, ਸ਼ਬਦ ਗੁਰੂ ਦਾਸ ਗੁਰੂ ਸਾਹਿਬਾਨਾਂ ਦੀ ਪ੍ਰਤੱਖ ਜੋਤ, ਧੰਨ ਸਤਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਨਿੱਘੀ ਗੁਰ ਦਾ ਆਨੰਦ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਵਡਭਾਗੇ ਹਾਂ ਜੋ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ। ਪਾਵਨ ਗੁਰਬਾਣੀ ਦਾ ਨਿਤਨੇਮ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ ਤੇ ਸਾਧ ਸੰਗਤ ਹੁਣ ਜੋ ਲੜੀਵਾਰ ਕਥਾ ਪਾਵਨ ਗੁਰਬਾਣੀ ਦੀ ਸੋਧਾ ਰਹਿਰਾਸ ਸਾਹਿਬ ਜੀ ਦੀ ਚੱਲ ਰਹੀ ਹੈ, ਉਸ ਦਾ ਹੁਣ ਸਮਾਂ ਹੈ। ਸਾਧ ਸੰਗਤ ਗੁਰਬਾਣੀ ਦਾ ਫਰਮਾਨ ਹੈ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੂੜਿਆਰ ਕੂੜਿਆਰੀ ਜਾਏ ਰਲੇ। ਕਿ ਜੋ ਸਤਿਗੁਰਾਂ ਦੇ ਸਚਿਆਰ ਸਿੱਖ ਹਨ ਉਹ ਸਤਿਗੁਰਾਂ ਪਾਸ ਆਣ ਕੇ ਬੈਠਦੇ ਹਨ, ਸਤਿਗੁਰਾਂ ਦੇ ਬਚਨ ਸੁਣਦੇ ਹਨ ਅਤੇ ਜੋ ਕੂੜਿਆਰ ਜੋ ਬੇਮੁਖ ਹਨ ਸਤਿਗੁਰਾਂ ਤੋਂ ਉਹ ਕੂੜਿਆਰੀ ਜਾਏ ਰਲੇ ਅਤੇ ਆਪਣੇ ਕੂੜ ਕਬਾੜੇ ਦੇ ਅੰਦਰ ਬੇਮੁਖ ਲੋਕਾਂ ਦੇ ਨਾਲ ਜਾ ਕੇ ਰਲ ਕੇ ਗੱਪਾਂ ਛੱਪਾਂ ਮਾਰਨ ਦੇ ਵਿੱਚ ਆਪਣਾ ਟਾਈਮ ਆਪਣਾ ਜੋ ਸਮਾਂ ਹੈ ਉਹ ਖਰਾਬ ਕਰਦੇ ਹਨ। ਤਾਂ ਆਓ ਸੰਗਤ ਵਡਭਾਗੇ ਹਾਂ ਜੋ ਸਤਿਗੁਰਾਂ ਨੇ ਆਪਾਂ ਨੂੰ ਇਹ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਾਂ, ਸੋ ਜੋ ਅੱਜ ਇਹ ਸ਼ਬਦ ਦੀ ਵਿਚਾਰ ਹੈ ਪ੍ਰਾਰੰਭ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤੂ ਪਾਇਆ। ਇਹ ਜੋ ਪਾਵਨ ਸ਼ਬਦ ਹੈ ਸਾਧ ਸੰਗਤ ਸ੍ਰੀ ਆਸਾ ਰਾਗ ਦੇ ਅੰਦਰ ਅੰਕਿਤ ਹੈ। ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਫਰਮਾਉਂਦੇ ਹਨ, ਹਰ ਜੁਗ ਜੁਗ ਭਗਤ ਉਪਾਇਆ, ਕਿ ਉਸ ਪਰਮੇਸ਼ਰ ਹਰੀ ਪਰਮਾਤਮਾ ਨੇ ਜੁਗਾਂ ਜੁਗਾਂ ਦੇ ਅੰਦਰ ਭਾਵ ਕਿ ਸਤਿਯੁਗ, ਤ੍ਰੇਤਾ ਯੁਗ, ਦੁਆਪਰ ਯੁਗ ਅਤੇ ਕਲ ਯੁਗ ਦੇ ਅੰਦਰ ਸਾਰੇ ਹੀ ਯੁੱਗਾਂ ਅੰਦਰ ਆਪਣੀ ਭਗਤੀ ਕਰਨ ਵਾਲੇ ਸ੍ਰੇਸ਼ਟ ਜਨ ਜੋ ਭਗਤ ਹਨ ਉਹਨਾਂ ਨੂੰ ਪਰਮੇਸ਼ਰ ਨੇ ਪੈਦਾ ਕਰਨਾ ਕੀਤਾ ਹੈ। ਪੈਜ ਰੱਖਦਾ ਆ ਰਾਮ ਰਾਜੇ। ਅਤੇ ਉਹਨਾਂ ਦੀ ਪੈਜ ਰੱਖਦਾ ਭਾਵ ਇੱਜ਼ਤ ਰੱਖਦਾ, ਰਖਵਾਲੀ ਰੱਖਦਾ ਅਜਿਹਾ ਜੋ ਪਰਮੇਸ਼ਰ ਹੈ, ਉਹਨਾਂ ਦੀ ਜੁਗਾਂ ਜੁਗਾਂ ਤੋਂ ਹੀ ਰਖਵਾਲੀ ਕਰਦਾ ਪਰਮੇਸ਼ਰ ਆ ਰਿਹਾ ਹੈ ਅਤੇ ਅੱਗੇ ਵੀ ਕਰੇਗਾ। ਹਰਨਾਖਸ਼ ਦੁਸ਼ਟ ਹਰ ਮਾਰਿਆ। ਹਰਨਾਖਸ਼ ਸਾਧ ਸੰਗਤ ਇਸ ਸਤਿਯੁਗ ਦੇ ਅੰਦਰ ਹਰਨਾਖਸ਼ ਰਾਜਾ ਹੋਇਆ ਹੈ, ਜਿਸ ਨੇ ਤਪੱਸਿਆ ਕਰਕੇ ਭਗਤੀ ਕਰਕੇ ਬ੍ਰਹਮਾ ਤੋਂ ਜੋ ਇਹ ਵਰ ਪ੍ਰਾਪਤ ਕੀਤੇ ਸੀ ਕਿ ਮੈਂ ਨਾ ਦਿਨੇ ਮਰਾਂ ਨਾ ਮੈਂ ਰਾਤ ਨੂੰ ਮਰਾਂ, ਨਾ ਇਸੇ ਪ੍ਰਕਾਰ ਧਰਤੀ 'ਤੇ ਮਰਾਂ ਨਾ ਆਕਾਸ਼ 'ਤੇ ਮਰਾਂ, ਨਾ ਕੋਈ ਮੈਨੂੰ ਇਨਸਾਨ ਮਾਰ ਸਕੇ ਨਾ ਕੋਈ ਜਾਨਵਰ ਮਾਰ ਸਕੇ ਅਤੇ ਨਾ ਹੀ ਮੈਂ ਕਿਸੇ ਸ਼ਸਤਰ ਦੇ ਨਾਲ ਵੱਢਿਆ ਜਾ ਸਕਾਂ। ਇਹ ਜੋ ਹਰਨਾਖਸ਼ ਨੇ ਤਪ ਕਰਕੇ ਜੋ ਬ੍ਰਹਮਾ ਤੋਂ ਵਰ ਪ੍ਰਾਪਤ ਕੀਤੇ ਸੀ ਅਤੇ ਉਸ ਤੋਂ ਉਪਰੰਤ ਜੋ ਇਹ ਹਰਨਾਖਸ਼ ਅਜਿਹਾ ਦੁਸ਼ਟ ਬਣ ਚੁੱਕਿਆ ਸੀ ਕਿ ਆਪਣੀ ਪ੍ਰਜਾ ਦੇ ਅੰਦਰ ਇਸ ਨੇ ਇਹ ਕਹਿ ਦਿੱਤਾ ਸੀ ਕਿ ਕੋਈ ਪਰਮੇਸ਼ਰ ਦਾ ਨਾਮ ਨਾ ਜਪੇ, ਮੈਂ ਹੀ ਰੱਬ ਹਾਂ, ਮੈਂ ਹੀ ਪਰਮੇਸ਼ਰ ਹਾਂ, ਸਾਰੇ ਮੇਰਾ ਹੀ ਨਾਮ ਜਪੋ। ਜੋ ਇਸ ਪ੍ਰਕਾਰ ਜਲੇ ਹਰਨਾਖਸ਼ ਥਲੇ ਹਰਨਾਖਸ਼ ਇਸ ਨੇ ਕਿਹਾ ਸੀ ਜਪਣ ਨੂੰ। ਸੋ ਇਸ ਪ੍ਰਕਾਰ ਸਾਧ ਸੰਗਤ ਪਰਮੇਸ਼ਰ ਨੇ ਇਹ ਮਿਹਰ ਦੀ ਨਿਗਾਹ ਕੀਤੀ ਜੋ ਪ੍ਰਹਿਲਾਦ ਭਗਤ ਦੇ ਰੂਪ ਵਿੱਚ ਪਰਮੇਸ਼ਰ ਨੇ ਜੋ ਭਗਤ ਜਾਨ ਨੂੰ ਇਸ ਦੇ ਗ੍ਰਹਿ ਵਿਖੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਕੀਤਾ, ਜਨਮ ਦਿੱਤਾ। ਪ੍ਰਹਿਲਾਦ ਭਗਤ ਹੋਇਆ ਹੈ ਸਾਧ ਸੰਗਤ ਜੋ ਇਸ ਦਾ ਜਨਮ ਤੋਂ ਹੀ ਜੋ ਭਗਤੀ ਵੱਲ ਰੁਝਾਨ ਸੀ ਅਤੇ ਪ੍ਰਹਿਲਾਦ ਭਗਤ ਨੇ ਸਦਾ ਹੀ ਉਸ ਪਰਮੇਸ਼ਰ ਪਰਿਪੂਰਨ ਪਰਮਾਤਮਾ ਦਾ ਹੀ ਨਾਮ ਜਪਿਆ ਅਤੇ ਆਪਣੇ ਪਿਤਾ ਦੇ ਆਖੇ ਨਹੀਂ ਲੱਗਿਆ ਅਤੇ ਨਾ ਹੀ ਉਸ ਦੇ ਕਹੇ 'ਤੇ ਆਪਣੇ ਪਿਤਾ ਦਾ ਨਾਮ ਜਪਿਆ, ਸਗੋਂ ਪਰਮੇਸ਼ਰ ਦੀ ਹੀ ਸਦਾ ਬੰਦਗੀ ਦੇ ਵਿੱਚ ਉਹ ਲੱਗਾ ਰਹਿੰਦਾ ਸੀ।
ਤਾਂ ਇਸੇ ਹੀ ਪ੍ਰਕਾਰ ਜਦੋਂ ਹਰਨਾਖਸ਼ ਨੇ ਇਹ ਦੇਖਿਆ ਕਿ ਜੇ ਮੇਰਾ ਪੁੱਤਰ ਹੀ ਮੇਰੇ ਆਖੇ ਨਹੀਂ ਲੱਗ ਕੇ ਅਤੇ ਮੇਰਾ ਨਾਮ ਨਹੀਂ ਜਪਦਾ ਤੇ ਮੇਰੀ ਪ੍ਰਜਾ ਕਿਵੇਂ ਮੇਰੇ ਆਖੇ ਲੱਗੇਗੀ ਅਤੇ ਮੇਰੀ ਪ੍ਰਜਾ ਮੇਰਾ ਨਾਮ ਕਿਵੇਂ ਜਪੇਗੀ। ਸੋ ਉਸਨੇ ਇਹ ਜ਼ਰੂਰੀ ਸਮਝਿਆ ਕਿ ਮੇਰਾ ਪੁੱਤਰ ਮੇਰਾ ਨਾਮ ਜਪੇ। ਤਾਂ ਇਸ ਤਰੀਕੇ ਨਾਲ ਉਸ ਹਰਨਾਖਸ਼ ਨੇ ਕਈ ਪ੍ਰਕਾਰ ਨਾਲ ਪ੍ਰਹਿਲਾਦ ਨੂੰ ਕਸ਼ਟ ਦੇਣਾ ਕੀਤੇ। ਇੱਕ ਦਿਨ ਸਾਧ ਸੰਗਤ ਗੁਰਬਾਣੀ ਦਾ ਫਰਮਾਨ ਹੈ, ਕਾੜ ਖੜਗ ਕੋਪਿਓ ਰਿਸਾਏ ਤੁਝ ਰਾਖਣ ਹਾਰੋ ਮੋਹਿ ਬਤਾਏ। ਜੋ ਹਰਨਾਖਸ਼ ਹੈ ਇਹ ਖੜਗ ਭਾਵ ਤਲਵਾਰ ਕੱਢ ਕੇ ਖੜਾ ਹੋ ਗਿਆ ਅਤੇ ਉਸਨੇ ਪ੍ਰਹਿਲਾਦ ਨੂੰ ਕਿਹਾ ਕਿ ਇਹ ਜੋ ਗਰਮ ਤਪਿਆ ਹੋਇਆ ਥੰਮ ਹੈ ਇਸ ਨੂੰ ਤੂੰ ਜੱਫੀ ਪਾ ਅਤੇ ਹੁਣ ਦੇਖਦੇ ਹਾਂ ਕਿ ਮੇਰੇ ਤੋਂ ਤੈਨੂੰ ਕੌਣ ਬਚਾਵੇਗਾ। ਜਿਹਦਾ ਤੂੰ ਪਰਮੇਸ਼ਰ ਦਾ ਨਾਮ ਜਪਦਾ ਹੈ ਦੇਖਦੇ ਹਾਂ ਉਹ ਤੈਨੂੰ ਕਿਵੇਂ ਬਚਾਵੇਗਾ। ਇਸ ਤੋਂ ਕਹਿਣ ਦਾ ਭਾਵ ਸੀ ਕਿ ਜੋ ਮੈਂ ਹੀ ਪਰਮੇਸ਼ਰ ਹਾਂ, ਹੋਰ ਕੋਈ ਰੱਬ ਨਹੀਂ ਹੈ, ਮੈਂ ਹੀ ਸਾਰਾ ਕੁਝ ਕਰਨ ਵਾਲਾ ਹਾਂ। ਤੋ ਸਾਧ ਸੰਗਤ ਗੁਰਬਾਣੀ ਦਾ ਫਰਮਾਨ ਹੈ, ਥੰਮ ਦੇ ਅੰਦਰੋਂ ਜੋ ਪਰਮੇਸ਼ਰ ਨੇ ਪ੍ਰਗਟ ਹੋਣਾ ਕੀਤਾ ਤੇ ਜੋ ਹਰਨਾਖਸ਼ ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ ਹਰਨਾਖਸ਼ ਛੇਦਿਓ ਨਖ ਬਿਦਾਰ। ਤੇ ਸਾਧ ਸੰਗਤ ਜੋ ਪਰਮੇਸ਼ਰ ਨੇ ਆਪਣੇ ਭਗਤਾਂ ਦੀ ਲਾਜ ਰੱਖਦੇ ਹੋਏ, ਆਪਣੇ ਭਗਤ ਪ੍ਰਹਿਲਾਦ ਦੀ ਰਾਖੀ ਕਰਦੇ ਹੋਏ ਉਸ ਥੰਮ ਦੇ ਅੰਦਰੋਂ ਹਰਨਾਖਸ਼ ਵਾਹਿਗੁਰੂ ਨਰਸਿੰਘ ਰੂਪ ਦੇ ਅੰਦਰ ਪ੍ਰਗਟ ਹੋਣਾ ਕੀਤਾ, ਜਿਸ ਦਾ ਜੋ ਧੜ ਸੀ ਉਹ ਮਨੁੱਖਾਂ ਵਾਲਾ ਸੀ ਅਤੇ ਜੋ ਉਸ ਦਾ ਸਿਰ ਸੀ ਉਹ ਸ਼ੇਰ ਦਾ ਲੱਗਾ ਹੋਇਆ ਸੀ। ਇਸ ਪ੍ਰਕਾਰ ਨਰ ਅਤੇ ਸਿੰਘ, ਨਰ ਸਿੰਘ ਉਸ ਨੂੰ ਕਿਹਾ ਜਾਂਦਾ ਸੀ। ਅਤੇ ਸਾਧ ਸੰਗਤ ਉਸ ਨੇ ਹਰਨਾਖਸ਼ ਨੂੰ ਆਪਣੇ ਪੱਟਾਂ ਦੇ ਉੱਪਰ ਰੱਖ ਕੇ, ਇਸ ਤੋਂ ਭਾਵ ਸੀ ਕਿ ਨਾ ਉਹ ਧਰਤੀ 'ਤੇ ਸੀ ਅਤੇ ਨਾ ਉਸ ਸਮੇਂ ਆਕਾਸ਼ 'ਤੇ ਸੀ, ਉਸ ਦੇ ਪੱਟਾਂ ਦੇ ਉੱਤੇ ਸੀ। ਅਤੇ ਉਸ ਸਮੇਂ ਨਾ ਦਿਨ ਸੀ ਅਤੇ ਨਾ ਰਾਤ ਸੀ, ਭਾਵ ਸੰਧਿਆ ਦਾ ਸਮਾਂ ਸੀ। ਅਤੇ ਹਰਨਾਖਸ਼ ਨੇ ਬ੍ਰਹਮਾ ਜੀ ਨੇ ਜੋ ਵਰ ਦਿੱਤਾ ਹੋਇਆ ਸੀ ਉਸ ਨੂੰ ਵੀ ਕਾਇਮ ਰੱਖਦੇ ਹੋਏ ਜੋ ਪਰਮੇਸ਼ਰ ਨੇ ਨਰਸਿੰਘ ਦੇ ਰੂਪ ਅੰਦਰ ਆਪਣੇ ਨੌਹਾਂ ਦੇ ਨਾਲ ਹਰਨਾਖਸ਼ ਦੀ ਛਾਤੀ ਨੂੰ ਪਾੜ ਕਰਕੇ ਤੇ ਆਪਣੇ ਪ੍ਰਹਿਲਾਦ ਭਗਤ ਦੀ ਰਖਵਾਲੀ ਕੀਤੀ। ਹਰਨਾਖਸ਼ ਇਸੇ ਹੀ ਪ੍ਰਕਾਰ ਹਰਨਾਖਸ਼ ਦੁਸ਼ਟ ਹਰ ਮਾਰਿਆ। ਜੋ ਹਰਨਾਖਸ਼ ਇਸੇ ਹੀ ਪ੍ਰਕਾਰ ਜੋ ਦੁਸ਼ਟ ਹੋ ਚੁੱਕਾ ਸੀ ਉਸ ਨੂੰ ਪਰਮੇਸ਼ਰ ਨੇ ਮਾਰਨਾ ਕੀਤਾ। ਪ੍ਰਹਿਲਾਦ ਤਰਾਇਆ। ਅਤੇ ਜੋ ਆਪਣਾ ਪ੍ਰਹਿਲਾਦ ਭਗਤ ਸੀ ਉਸ ਨੂੰ ਪਰਮੇਸ਼ਰ ਨੇ ਇਸ ਭਵ ਸਾਗਰ ਤੋਂ ਪਾਰ ਉਤਾਰਨਾ ਕੀਤਾ ਅਤੇ ਆਪਣੇ ਵਿੱਚ ਮਿਲਾ ਲਿਆ। ਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ। ਅਹੰਕਾਰੀਆ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜੋ ਸਾਧ ਸੰਗਤ ਇਹ ਭਗਤ ਨਾਮਦੇਵ ਜੀ ਜੋ ਹੋਏ ਹਨ, ਇਹ ਸਾਧ ਸੰਗਤ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਨੂੰ ਪੂਰਨ ਭਗਤ ਜਾਣ ਕਰਕੇ ਇਹਨਾਂ ਦੀ ਜੋ ਪਵਿੱਤਰ ਗੁਰਬਾਣੀ ਹੈ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕਰਨਾ ਕੀਤਾ ਹੈ। ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਨਾਮੇ ਨਾਰਾਇਣ ਨਾਹੀ ਭੇਦ, ਕਿ ਭਗਤ ਨਾਮਦੇਵ ਜੀ ਦੇ ਅੰਦਰ ਅਤੇ ਰੱਬ ਪਰਮੇਸ਼ਰ ਦੇ ਅੰਦਰ ਕੋਈ ਭੇਦ ਨਹੀਂ ਸੀ ਰਹਿ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੋ ਭਗਤ ਨਾਮਦੇਵ ਜੀ ਦਾ ਜੋ ਜਨਮ ਹੈ ਉਹ ਮਹਾਰਾਸ਼ਟਰ ਦਾ ਹੈ। ਜੋ ਇਹ ਭਗਤ ਹਨ, ਭਗਤ ਸਾਹਿਬ, ਇਹਨਾਂ ਦਾ ਜਨਮ ਤੋਂ ਹੀ ਰੁਝਾਨ ਭਗਤੀ ਵੱਲ ਸੀ। ਤਾਂ ਇੱਕ ਸਮੇਂ ਸਾਧ ਸੰਗਤ ਭਗਤ ਨਾਮਦੇਵ ਜੀ ਜੋ ਸ਼ਿਵ ਦੇ ਦੁਆਰੇ ਉੱਤੇ ਮੰਦਰ ਦੇ ਅੰਦਰ ਜਿਸ ਸਮੇਂ ਭਗਤੀ ਕਰਨ ਸੇਵਾ ਕਰਨ ਜਾ ਰਹੇ ਸਨ ਤਾਂ ਉਸ ਸਮੇਂ ਮੰਦਰ ਦੇ ਅੰਦਰ ਜੋ ਬ੍ਰਾਹਮਣ ਸਨ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਅਤੇ ਕੁੱਟ-ਕੁੱਟ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਇਸ ਪ੍ਰਕਾਰ ਗੁਰਬਾਣੀ ਦਾ ਫਰਮਾਨ ਆਉਂਦਾ ਹੈ, ਸੂਦ ਸੂਦ ਕਰ ਮਾਰ ਉਠਾਇਓ, ਕਹਾ ਕਰੋ ਬਾਪ ਬੀਠਲਾ, ਕਿਹੇ ਪਰਮੇਸ਼ਰ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਇਹਨਾਂ ਬ੍ਰਾਹਮਣ ਅਹੰਕਾਰੇ ਹੋਏ ਬ੍ਰਾਹਮਣਾਂ ਨੇ ਮੈਨੂੰ ਮੰਦਰ ਦੇ ਅੰਦਰੋਂ ਬਾਹਰ ਕੱਢ ਦਿੱਤਾ ਹੈ ਤੇ ਮੈਂ ਤੁਹਾਡੀ ਬੰਦਗੀ ਭਗਤੀ ਕਿਸ ਪ੍ਰਕਾਰ ਕਰ ਸਕਦਾ ਹਾਂ, ਆਪ ਕਿਰਪਾ ਕਰੋ। ਤਾਂ ਲੈ ਕੰਬਲੀ ਚੱਲਿਓ ਪਲਟਾਏ, ਦੇਹਰੇ ਪਾਛੇ ਬੈਠਾ ਜਾਏ। ਜੋ ਭਗਤ ਨਾਮਦੇਵ ਜੀ ਦੇਹਰੇ ਦੇ ਪਿਛਲੇ ਪਾਸੇ ਭਾਵ ਮੰਦਰ ਦੇ ਪਿਛਲੇ ਪਾਸੇ ਜਾ ਕਰਕੇ ਬੈਠ ਗਏ ਅਤੇ ਉੱਥੇ ਬੈਠ ਕਰਕੇ ਜਿਸ ਸਮੇਂ ਵਿਰਾਗ ਕਰਨ ਲੱਗੇ ਤਾਂ ਸਤਿਗੁਰਾਂ ਪਰਮੇਸ਼ਰ ਨੇ ਐਸੀ ਨੀਅਤ ਕੀਤੀ ਕਿ ਜੋ ਉਸ ਦੇਹਰੇ ਦਾ ਦਰਵਾਜ਼ਾ ਸੀ ਉਹ ਫਿਰ ਕੇ ਭਗਤ ਨਾਮਦੇਵ ਜੀ ਵੱਲ ਹੋ ਗਿਆ। ਫੇਰ ਦਿਆ ਦੇਹਰਾ ਨਾਮੇ ਕੋ
ਪੰਡੀਅਨ ਕੋ ਪਿਛਵਾਰ ਲਾ, ਕਿ ਜਿਹੜਾ ਦੇਹਰਾ ਸੀਗਾ ਪਰਮੇਸ਼ਰ ਨੇ ਆਪਣੇ ਭਗਤ ਦੀ ਲਾਜ ਰੱਖਦੇ ਹੋਏ ਉਸ ਦੀ ਰਖਵਾਲੀ ਕਰਦੇ ਹੋਏ ਜਿਹੜਾ ਮੰਦਰ ਦਾ ਦੇਹਰੇ ਦਾ ਦਰਵਾਜ਼ਾ ਸੀ ਉਹ ਘੁਮਾ ਕਰਕੇ ਤੇ ਭਗਤ ਨਾਮਦੇਵ ਜੀ ਵੱਲ ਕਰ ਦਿੱਤਾ। ਅਤੇ ਪੰਡੀਅਨ ਕੋ ਪਿਛਵਾਰ ਲਾ, ਤੋ ਜਿਹੜੇ ਬ੍ਰਾਹਮਣ ਪੰਡਿਤ ਅਹੰਕਾਰੇ ਹੋਏ ਸਨ ਉਹਨਾਂ ਨੂੰ ਮਹਾਰਾਜ ਨੇ ਪਿੱਠ ਕਰ ਦਿੱਤੀ ਤੇ ਆਪਣੇ ਭਗਤ ਨੂੰ ਆਪਣੇ ਮੁਖ ਦੇ ਨਾਲ ਆਪਣੇ ਕੰਠ ਦੇ ਨਾਲ ਲਗਾਉਣਾ ਕੀਤਾ। ਇਸੇ ਹੀ ਪ੍ਰਕਾਰ ਫਿਰ ਦੁਬਾਰਾ ਪੜ੍ਹ ਦਿਓ। ਹੰਕਾਰਿਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜੋ ਬ੍ਰਾਹਮਣ ਅਹੰਕਾਰੇ ਹੋਏ ਸਨ ਆਪਣੇ ਜਾਤ ਅਭਿਮਾਨ ਦੇ ਅੰਦਰ ਅਤੇ ਨਿੰਦਕਾਂ ਜੋ ਭਗਤ ਨਾਮਦੇਵ ਜੀ ਦੀ ਨਿੰਦਾ ਕਰਦੇ ਸਨ ਉਹਨਾਂ ਨੂੰ ਇਹ ਪਰਮੇਸ਼ਰ ਨੇ ਪਿੱਠ ਦੇ ਦਿੱਤੀ ਅਤੇ ਨਾਮਦੇਵ ਮੁਖ ਲਾਇਆ। ਭਗਤ ਨਾਮਦੇਵ ਜੀ ਨੂੰ ਆਪਣੇ ਮੁਖ ਦੇ ਨਾਲ ਆਪਣੇ ਕੰਠ ਦੇ ਨਾਲ ਲਗਾਉਣਾ ਕੀਤਾ। ਜਨ ਨਾਨਕ ਐਸਾ ਹਰ ਸੇਵਿਆ। ਜਨ ਨਾਨਕ, ਇਹ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਜਿਨ ਐਸਾ ਹਰ ਜਨ ਨਾਨਕ ਐਸਾ ਹਰ ਸੇਵਿਆ, ਜਿਹਨੇ ਐਸਾ ਪਰਮੇਸ਼ਰ ਜੋ ਆਪਣੇ ਭਗਤਾਂ ਦੀ ਰਖਵਾਲੀ ਕਰਨ ਵਾਲਾ ਜੁਗਾਂ ਜੁਗਾਂ ਦੇ ਅੰਦਰ ਭਗਤ ਵਛਲ ਸਤਿਗੁਰੂ ਭਗਤ ਵਛਲ ਜੋ ਐਸਾ ਪਰਮੇਸ਼ਰ ਹੈ ਉਸ ਨੂੰ ਜਿਨ੍ਹਾਂ ਨੇ ਵੀ ਸੇਵਨਾ ਕੀਤਾ ਭਗਤੀ ਕਰਨੀ ਕੀਤੀ ਅੰਤ ਲਈ ਛਡਾਇਆ। ਉਹਨਾਂ ਨੂੰ ਇਸ ਐਸੇ ਪਰਮੇਸ਼ਰ ਨੇ ਅੰਤ ਦੇ ਅੰਦਰ ਜੋ ਜਮਾ ਦੀ ਫਾਹੀ ਤੋਂ ਛਡਾਉਣਾ ਕੀਤਾ। ਇਸੇ ਹੀ ਪ੍ਰਕਾਰ ਫਿਰ ਪੜ੍ਹ ਦਿਓ। ਹਰ ਜੁਗ ਜੁਗ ਭਗਤੂ ਪਾਇਆ। ਪਰਮੇਸ਼ਰ ਜੀ ਨੇ ਜੁਗਾਂ ਜੁਗਾਂ ਦੇ ਅੰਦਰ ਸਾਰੇ ਹੀ ਜੁਗਾਂ ਅੰਦਰ ਜੋ ਆਪਣੇ ਭਗਤਾਂ ਨੂੰ ਪੈਦਾ ਕਰਨਾ ਕੀਤਾ। ਪੈਜ ਰੱਖਦਾ ਆ ਰਾਮ ਰਾਜੇ। ਅਤੇ ਉਹਨਾਂ ਦੀ ਭਗਤੀ ਕਰਨ ਵਾਲੇ ਜੋ ਆਪਣੇ ਸੇਵਕਾਂ ਦੀ ਪਰਮੇਸ਼ਰ ਆਪ ਪੈਜ ਆਪ ਉਹਨਾਂ ਦੀ ਰਖਵਾਲੀ ਕਰਦਾ ਆਇਆ ਹੈ ਅਤੇ ਅੱਗੇ ਵੀ ਕਰਦਾ ਰਹੇਗਾ। ਹਰਨਾਕਸ਼ ਦੁਸ਼ਟ ਹਰ ਮਾਰਿਆ। ਹਰਨਾਕਸ਼ ਵਰਗੇ ਜੋ ਦੁਸ਼ਟ ਜੀਵ ਹਨ ਜੋ ਭਗਤੀ ਕਰਨ ਵਾਲੇ ਭਗਤਾਂ ਨੂੰ ਦੁੱਖ ਦਿੰਦੇ ਹਨ, ਦੁਸ਼ਟ ਰਾਜੇ ਹਨ ਅਤੇ ਦੁਸ਼ਟ ਹਨ ਹਰਨਾਕਸ਼ ਵਰਗੇ, ਉਹਨਾਂ ਨੂੰ ਪਰਮੇਸ਼ਰ ਨੇ ਮਾਰਨਾ ਕੀਤਾ ਹੈ। ਪ੍ਰਹਿਲਾਦ ਤਰਾਇਆ। ਅਤੇ ਪ੍ਰਹਿਲਾਦ ਵਰਗੇ ਜੋ ਭਗਤ ਜਨ ਹਨ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਉਹਨਾਂ ਨੂੰ ਪਰਮੇਸ਼ਰ ਐਸਾ ਹੈ ਕਿ ਉਹ ਉਹਨਾਂ ਨੂੰ ਤਰਾ ਦਿੰਦਾ ਹੈ ਭਵ ਸਾਗਰ ਦੇ ਅੰਦਰੋਂ। ਅੰਤ ਦੇ ਵੇਲੇ ਮਹਾਰਾਜ ਛਡਾ ਲੈਂਦੇ ਹਨ। ਅਹੰਕਾਰੀਆ ਨਿੰਦਕਾ ਪਿੱਠ ਦੇ। ਐਸੇ ਜੋ ਅਹੰਕਾਰੀ ਜੀਵ ਹਨ ਸਤਿਗੁਰਾਂ ਦੀ ਨਿੰਦਾ ਕਰਦੇ ਹਨ, ਭਗਤਾਂ ਦੀ ਨਿੰਦਾ ਕਰਦੇ ਹਨ, ਅਹੰਕਾਰੇ ਹੋਏ ਹਨ ਆਪਣੇ ਅਭਿਮਾਨ ਦੇ ਅੰਦਰ। ਇਸ ਪ੍ਰਕਾਰ ਕਈ ਪ੍ਰਕਾਰਾਂ ਦਾ ਜੋ ਅਭਿਮਾਨ ਉਹਨਾਂ ਨੂੰ ਅਹੰਕਾਰ ਚੁੰਬੜਿਆ ਹੋਇਆ ਹੈ, ਮਾਇਆ ਦਾ ਅਹੰਕਾਰ, ਜਾਤ ਦਾ ਅਹੰਕਾਰ, ਇਸ ਪ੍ਰਕਾਰ ਸਤਿਗੁਰਾਂ ਦੀ ਨਿੰਦਾ ਕਰਦੇ ਹਨ, ਭਗਤੀ ਕਰਨ ਵਾਲਿਆਂ ਦੀ ਨਿੰਦਾ ਕਰਦੇ ਹਨ ਜੋ ਹਨ, ਉਹਨਾਂ ਨੂੰ ਪਰਮੇਸ਼ਰ ਨੇ ਮਾਰਨਾ ਕੀਤਾ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਉਹਨਾਂ ਨੂੰ ਪਰਮੇਸ਼ਰ ਸਦਾ ਹੀ ਪਿੱਠ ਦੇ ਕੇ ਰੱਖਦਾ ਹੈ, ਉਹਨਾਂ ਨੂੰ ਕਦੇ ਵੀ ਆਪਣੇ ਮੁਖ ਦੇ ਨਾਲ ਕੰਠ ਨਾਲ ਨਹੀਂ ਲਗਾਉਂਦਾ। ਨਾਮ ਦਿਓ ਮੁਖ ਲਾਇਆ। ਨਾਮ ਦਿਓ, ਜੋ ਮਹਾਰਾਜ ਜੀ ਦੇ ਨਾਮ ਦੇ ਅੰਦਰ ਰੰਗੇ ਹੋਏ ਹਨ ਜੀਵ ਹਨ, ਪਰਮੇਸ਼ਰ ਦਾ ਨਾਮ ਜਪਦੇ ਹਨ, ਉਹਨਾਂ ਨੂੰ ਪਰਮੇਸ਼ਰ ਨੇ ਕੰਠ ਲਾਇਆ। ਆਪਣੇ ਕੰਠ ਦੇ ਨਾਲ ਆਪਣੇ ਮੁਖ ਲਾਇਆ, ਆਪਣੇ ਮੁਖ ਦੇ ਨਾਲ ਆਪਣੇ ਹਿਰਦੇ ਦੇ ਨਾਲ ਸਦਾ ਹੀ ਪਰਮੇਸ਼ਰ ਆਪਣੇ ਭਗਤਾਂ ਨੂੰ ਪਿਆਰ ਕਰਕੇ ਤੇ ਉਹਨਾਂ ਨੂੰ ਲਗਾ ਕੇ ਰੱਖਦੇ ਹਨ। ਜਨ ਨਾਨਕ ਐਸਾ ਹਰ ਸੇਵਿਆ। ਜਿਨ੍ਹਾਂ ਨੇ ਐਸਾ ਪਰਮੇਸ਼ਰ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਜੁਗਾਂ ਜੁਗਾਂ ਅੰਦਰ ਔਕੜਾਂ ਦੇ ਵਿੱਚ ਹਰੇਕ ਸਮੇਂ ਅੰਦਰ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨ ਵਾਲਾ ਅਤੇ ਬਚਾਉਣ ਵਾਲੇ ਐਸੇ ਪਰਮੇਸ਼ਰ ਨੂੰ ਜਿਨ੍ਹਾਂ ਨੇ ਸੇਵਨਾ ਕੀਤਾ, ਸਿਮਰਨਾ ਕੀਤਾ ਹੈ। ਅੰਤ ਲਈ ਛਡਾਇਆ। ਅੰਤ ਦੇ ਸਮੇਂ ਜਮ ਕਾਲ ਦੀ ਜਮਾ ਦੀ ਫਾਹੀ ਤੋਂ ਪਰਮੇਸ਼ਰ ਅੰਤਲੇ ਸਮੇਂ ਉਹਨਾਂ ਨੂੰ ਬਚਾ ਲੈਂਦਾ ਹੈ, ਰੱਖ ਲੈਂਦਾ ਹੈ। ਇਸ ਅਗਲਾ ਸ਼ਬਦ ਹਾਂਜੀ ਇੱਕ ਓੰਕਾਰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਉਦੁੱਤੀ ਬ੍ਰਹਮ ਇੱਕ ਹੈ, ਸਰਬ ਦਾ ਪ੍ਰਕਾਸ਼ਕ ਸਰੂਪ ਓੰਕਾਰ ਹੈ ਅਤੇ ਉਚਾਰਨੇ ਮਾਤਰ ਨਾਲ ਹੀ ਰੱਖਿਆ ਕਰਨ ਵਾਲਾ ਐਸਾ ਉਹ ਇੱਕ ਓੰਕਾਰ ਪਰਮੇਸ਼ਰ ਹੈ। ਸ਼ਲੋਕ ਸਤਿਗੁਰ ਪ੍ਰਸਾਦ, ਜੋ ਸੱਚੇ ਸਤਿਗੁਰਾਂ ਦੀ ਪ੍ਰਸਾਦ ਭਾਵ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਸ਼ਲੋਕ ਮਹਲਾ ਪਹਿਲਾ। ਸਾਧ ਸੰਗਤ ਜੀ, ਇਹ ਜੋ ਪਵਿੱਤਰ ਸ਼ਬਦ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ, ਇਹ ਸ੍ਰੀ ਆਸਾ ਦੀ ਵਾਰ ਦੇ ਅੰਦਰ ਆਉਂਦਾ ਹੈ। ਤਾਂ ਇੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਫਰਮਾਉਣਾ ਕਰਦੇ ਹਨ, ਦੁੱਖ ਦਾਰੂ ਸੁਖ ਰੋਗ ਪਿਆ। ਸਾਧ ਸੰਗਤ, ਜੋ ਇਹ ਜੀਵਾਂ ਨੇ ਪਰਮੇਸ਼ਰ ਦਾ ਨਾਮ ਜਪਣ ਨੂੰ ਦੁੱਖ ਮੰਨਿਆ ਹੋਇਆ ਹੈ
ਅਤੇ ਜੋ ਵਿਸ਼ੇ ਵਿਕਾਰਾਂ ਦੇ ਭੋਗ ਭੋਗਣੇ ਹਨ ਉਹਨਾਂ ਨੂੰ ਜੀਵਾਂ ਨੇ ਸੁੱਖ ਮੰਨਿਆ ਹੋਇਆ ਹੈ। ਸੋ ਇਸੇ ਪ੍ਰਕਾਰ ਜਿੰਨੇ ਜ਼ਿਆਦਾ ਉਹ ਸੁੱਖ ਭੋਗਣਗੇ, ਵਿਸ਼ਿਆਂ ਵਿਕਾਰਾਂ ਨੂੰ ਭੋਗਣਗੇ, ਉਹਨਾਂ ਦੇ ਮਨ ਨੂੰ ਅਤੇ ਤਨ ਨੂੰ ਜੋ ਰੋਗ ਲੱਗ ਜਾਣਗੇ। ਸਤਿਗੁਰਾਂ ਦਾ ਬਚਨ ਹੈ ਨਾ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੈ, ਘੜੀ ਮੁਹਤ ਰੰਗ ਮਾਣੈ ਫਿਰ ਬਹੁਰ ਪਛਤਾਵੈ। ਇਸੇ ਹੀ ਪ੍ਰਕਾਰ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਜੋ ਵਿਸ਼ੇ ਭੋਗਣੇ ਹਨ ਅਤੇ ਸਤਿਗੁਰਾਂ ਦਾ ਨਾਮ ਨਹੀਂ ਜਪਣਾ, ਉਹ ਸਾਧ ਸੰਗਤ ਰੋਗਾਂ ਦਾ ਕਾਰਨ ਬਣਦਾ ਹੈ। ਸੁੱਖ ਰੋਗ ਪਿਆ, ਇਸੇ ਪ੍ਰਕਾਰ ਜਿਹੜੇ ਸੁੱਖ ਹਨ ਇਹ ਰੋਗ ਬਣ ਜਾਂਦੇ ਹਨ। ਦੁੱਖ ਦਾਰੂ ਅਤੇ ਜੋ ਜੀਵਨ ਇਹ ਮੰਨਿਆ ਹੋਇਆ ਕਿ ਨਾਮ ਜਪਣਾ ਦੁੱਖ ਹੈ। ਨਾਮ ਜਪਣ ਅੰਦਰ ਮਨ ਨੂੰ ਵੀ ਦੁੱਖ ਹੁੰਦਾ ਹੈ, ਮਨ ਟਿਕਦਾ ਨਹੀਂ। ਜੋ ਜੀਵਨ ਇਹ ਮੰਨਿਆ ਹੋਇਆ ਹੈ ਕਿ ਇਹ ਦੁੱਖ ਹੈ, ਇਹ ਉਸ ਵਾਸਤੇ ਦਾਰੂ ਹੈ। ਜੋ ਵਿਸ਼ਿਆਂ ਨਾਲ ਲੱਗੇ ਰੋਗਾਂ ਨੂੰ ਇਹ ਪਰਮੇਸ਼ਰ ਦਾ ਨਾਮ ਜੋ ਦਾਰੂ ਬਣ ਕੇ ਉਹਨਾਂ ਦਾ ਇਲਾਜ ਕਰਦਾ ਹੈ। ਦੁੱਖ ਦਾਰੂ ਸੁੱਖ ਰੋਗ ਪਿਆ। ਇਸੇ ਹੀ ਪ੍ਰਕਾਰ ਸਾਧ ਸੰਗਤ ਜੋ ਜੀਵ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨ ਨੂੰ ਸਰੀਰਕ ਦੁੱਖ ਮੰਨਿਆ ਹੋਇਆ ਹੈ ਅਤੇ ਰਜਾਈ ਲੈ ਕੇ ਸੁੱਤੇ ਰਹਿਣ ਨੂੰ ਅਤੇ ਆਲਸ ਕਰਕੇ ਮਨ ਜਿਹੜਾ ਸਰੀਰਕ ਆਨੰਦ ਮੰਨਣਾ ਹੈ, ਰਜਾਈ ਦਾ ਨਿੱਘ ਮੰਨਣਾ, ਇਹ ਜੀਵ ਨੇ ਸੁੱਖ ਕਰਕੇ ਮੰਨਿਆ ਹੋਇਆ ਹੈ। ਪਰ ਸਾਧ ਸੰਗਤ ਸੁੱਖ ਰੋਗ ਭਇਆ। ਅਤੇ ਇਹ ਜਿਹੜਾ ਆਲਸ ਦਾ ਅਤੇ ਰਜਾਈ ਦਾ ਸੁੱਖ ਮੰਨਣਾ ਹੈ, ਨਾਮ ਨਹੀਂ ਜਪਣਾ, ਇਸ ਤੋਂ ਫਿਰ ਰੋਗ ਪੈਦਾ ਹੁੰਦੇ ਹਨ ਅਤੇ ਦੁੱਖ ਦਾਰੂ। ਅਤੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਅਤੇ ਸਤਿਗੁਰਾਂ ਦਾ ਨਾਮ ਜਪਣਾ ਹੈ, ਇਹ ਜੀਵ ਨੇ ਦੁੱਖ ਮੰਨਿਆ ਹੋਇਆ ਹੈ। ਚੌਂਕੜੀ ਮਾਰਨ ਲੱਗਿਆਂ ਸਰੀਰ ਨੂੰ ਦੁੱਖ ਹੁੰਦਾ ਹੈ, ਇਸ਼ਨਾਨ ਕਰਨ ਲੱਗਿਆਂ ਸਰੀਰ ਨੂੰ ਦੁੱਖ ਹੁੰਦਾ ਹੈ। ਪਰ ਸਾਧ ਸੰਗਤ ਸਤਿਗੁਰੂ ਫਰਮਾਉਂਦੇ ਹਨ ਦੁੱਖ ਦਾਰੂ, ਇਹ ਉਹਦੇ ਲਈ ਦਾਰੂ ਹੈ, ਇਹ ਦਵਾਈ ਹੈ। ਜੋ ਆਲਸ ਕਰਨ ਕਰਕੇ ਰੋਗ ਲੱਗੇ ਹਨ ਸਰੀਰ ਨੂੰ ਅਤੇ ਮਨ ਨੂੰ, ਅੰਮ੍ਰਿਤ ਵੇਲੇ ਉੱਠਣ ਕਰਕੇ ਜੋ ਦੁੱਖ ਦਾਰੂ ਬਣ ਜਾਂਦਾ ਹੈ ਇਸ ਵਾਸਤੇ। ਇਸੇ ਹੀ ਪ੍ਰਕਾਰ ਦੁੱਖ ਦਾਰੂ ਸਾਧ ਸੰਗਤ ਜਿਸ ਸਮੇਂ ਜੀਵਨ ਦੇ ਅੰਦਰ ਕਿਸੇ ਮੌਕੇ ਦੁੱਖ ਬਣ ਆਉਂਦਾ ਹੈ, ਕੋਈ ਸੰਕਟ ਦੀ ਘੜੀ ਬਣ ਆਉਂਦੀ ਹੈ, ਤਾਂ ਆਪਾਂ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਖੇ ਆਉਣ ਕਰਕੇ ਕਈ ਵਾਰ ਸਤਿਗੁਰਾਂ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਨ। ਕਿਸੇ ਮੌਕੇ ਜੇਕਰ ਔਲਾਦ ਨਹੀਂ ਹੁੰਦੀ ਤਾਂ ਆਪਾਂ ਹਰੇਕ ਗੁਰਦੁਆਰਾ ਸਾਹਿਬ, ਇਤਿਹਾਸਕ ਗੁਰਦੁਆਰਾ ਸਾਹਿਬ ਅੰਦਰ ਜਾਂਦੇ ਹਾਂ, ਰੋਜ਼ਾਨਾ ਹੀ ਜਾ ਕਰਕੇ ਅਰਦਾਸਾਂ ਬੇਨਤੀਆਂ ਕਰਦੇ ਹਾਂ, ਸਤਿਗੁਰੂ ਸਾਡੇ 'ਤੇ ਕਿਰਪਾ ਕਰੋ। ਪਰ ਜਿਸ ਸਮੇਂ ਸਤਿਗੁਰੂ ਕਿਰਪਾ ਕਰਕੇ ਸਾਨੂੰ ਸੁੱਖਾਂ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਾਂ ਤਾਂ ਉਸ ਸਮੇਂ ਬਸ ਸਤਿਗੁਰਾਂ ਦਾ ਇੱਕ ਰਸਮ ਮਾਤਰ ਹੀ ਸ਼ੁਕਰੀਆ ਅਦਾ ਕਰਦੇ ਹਾਂ ਅਤੇ ਉਸ ਤੋਂ ਬਾਅਦ ਪਰਮੇਸ਼ਰ ਨੂੰ ਭੁੱਲ ਕੇ ਅਤੇ ਉਸ ਆਪਣੀ ਦਿੱਤੀ ਹੋਈ ਦਾਤ ਅੰਦਰ ਹੀ ਖੱਚ ਕੇ ਰਹਿ ਜਾਂਦੇ ਹਾਂ। ਸਾਧ ਸੰਗਤ ਤੇ ਜਿਸ ਸਮੇਂ ਫਿਰ ਪਰਮੇਸ਼ਰ ਦੁੱਖ ਦਿੰਦਾ ਹੈ ਉਸ ਸਮੇਂ ਹੀ ਪਰਮੇਸ਼ਰ ਦੀ ਯਾਦ ਆਉਂਦੀ ਹੈ। ਇਸ ਕਾਰਨ ਕਰਕੇ ਜੋ ਸੁੱਖ ਹੈ ਉਹ ਜੀਵ ਵਾਸਤੇ ਰੋਗ ਬਣ ਜਾਂਦਾ ਹੈ, ਕਿਉਂਕਿ ਉਹ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਮਾਨਸਿਕ ਰੋਗ ਉਸ ਦਾ ਮਨ ਬਿਮਾਰ ਹੋ ਜਾਂਦਾ ਹੈ। ਪਰ ਜਿਸ ਸਮੇਂ ਦੁੱਖ ਆਉਂਦੇ ਹਨ ਤਾਂ ਫਿਰ ਉਹ ਜੀਵ ਪਰਮੇਸ਼ਰ ਨੂੰ ਯਾਦ ਕਰਦਾ ਹੈ ਤਾਂ ਉਸ ਸਮੇਂ ਉਸ ਦਾ ਮਨ ਹੈ ਜੋ ਯਾਦ ਕਰਨ ਕਰਕੇ ਜੋ ਮਨ ਰੋਗੀ ਹੋਇਆ ਹੈ ਉਹ ਤੰਦਰੁਸਤ ਹੋ ਜਾਂਦਾ ਹੈ। ਇਸ ਹੀ ਪ੍ਰਕਾਰ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਕਾਮ ਪਰੇ ਜੋ ਸਿਮਰਿਐ ਐਸਾ ਸਿਮਰੋ ਨਿਤ। ਵੀ ਜਿਸ ਪ੍ਰਕਾਰ ਨਾਲ ਆਪਾਂ ਨੂੰ ਲੋੜ ਪੈਣ 'ਤੇ ਆਪਾਂ ਪਰਮੇਸ਼ਰ ਦੀ ਬੰਦਗੀ ਕਰਦੇ ਹਨ, ਇਸੇ ਹੀ ਪ੍ਰਕਾਰ ਆਪਾਂ ਨੂੰ ਰੋਜ਼ਾਨਾ ਸਤਿਗੁਰਾਂ ਦੀ ਯਾਦ ਵਿੱਚ ਜੁੜਨਾ ਚਾਹੀਦਾ ਹੈ। ਸਤਿਗੁਰੂ ਇਸ ਪ੍ਰਕਾਰ ਫਰਮਾਉਂਦੇ ਹਨ, ਜਾ ਸੁਖ ਤਾਮ ਨ ਹੋਈ। ਜਾ ਸੁਖ ਅਤੇ ਜਿੰਨਾ ਚਿਕਰ ਇਹ ਜੀਵ ਵਿਸ਼ਿਆਂ ਦੇ ਸੁੱਖ ਅੰਦਰ, ਰਜਾਈ ਦੇ ਨਿੱਘ ਆਲਸ ਦੇ ਸੁੱਖ ਅੰਦਰ ਖਚਿਆ ਹੋਇਆ ਹੈ, ਸਤਿਗੁਰਾਂ ਨੇ ਜੋ ਦਾਤਾਂ ਦਿੱਤੀਆਂ ਹਨ ਉਹਨਾਂ ਦੇ ਸੁੱਖ ਨੂੰ ਮਾਨਣ ਦੇ ਵਿੱਚ ਹੀ ਲੱਗਾ ਹੋਇਆ ਹੈ, ਉਤਨਾ ਚਿਰ ਤਾਮ ਨਾ ਹੋਈ ਕਿ ਪਰਮੇਸ਼ਰ ਦੀ ਪ੍ਰਾਪਤੀ ਦੀ ਜੋ ਅੰਦਰ ਤੜਪ ਹੈ, ਤਾਮ ਹੈ, ਪਿਆਸ ਹੈ, ਉਹਨਾਂ ਚਿਕਰ ਉਹ ਇਸ ਜੀਵ ਨੂੰ ਨਹੀਂ ਹੋ ਸਕਦੀ ਜਿੰਨਾ ਚਿਕਰ ਇਹ ਵਿਸ਼ਿਆਂ ਦੇ ਸੁੱਖ ਭੋਗਣ ਵਿੱਚ ਲੱਗਾ ਹੋਇਆ ਹੈ। ਤੂੰ ਕਰਤਾ ਕਰਨਾ ਮੈਂ ਨਾਹੀਂ। ਤੂੰ ਕਰਤਾ, ਹੇ ਪਰਮੇਸ਼ਰ ਤੂੰ ਕਰਤਾ ਭਾਵ ਕਰਨ ਵਾਲਾ ਹੈ। ਸਾਰੀ ਸ੍ਰਿਸ਼ਟੀ ਨੂੰ ਉਪਾਇਆ ਹੈ, ਹਰੇਕ ਕਾਰਜ ਤੂੰ ਕਰਨ ਵਾਲਾ ਹੈ। ਤੂੰ ਕਰਨਾ ਅਤੇ ਤੂੰ ਹੀ ਜਿਹੜੇ ਹੋਣ ਵਾਲੇ ਕਾਰਜ ਹੋਣਗੇ ਉਹ ਤੁਸਾਂ ਨੇ ਹੀ ਕਰਨੇ ਹਨ। ਮੈਂ ਨਹੀਂ, ਮੈਂ ਤੁਹਾਡੇ ਅੱਗੇ ਤੁੱਛ ਹਾਂ, ਕੁਝ ਵੀ ਨਹੀਂ ਹਾਂ ਤੁਹਾਡੇ ਅੱਗੇ, ਮੈਂ ਕੁਝ ਵੀ ਕਰਨ ਵਾਲਾ ਨਹੀਂ। ਇਸੇ ਹੀ ਪ੍ਰਕਾਰ ਤੂੰ ਕਰਨਾ, ਤੂੰ ਕਰਤਾ
ਕਰਨਾ ਮੈਂ ਨਹੀਂ। हे ਪਰਮੇਸ਼ਰ, ਤੂੰ ਕਰਤਾ ਹੈ, ਸਾਰਾ ਕੁਝ ਕਰਨ ਵਾਲਾ ਹੈ, ਕਰਨਾ ਮੈਂ ਨਹੀਂ ਅਤੇ ਮੇਰੇ ਕੋਲੋਂ ਕੁਝ ਵੀ ਨਹੀਂ ਹੋਣ ਵਾਲਾ, ਮੈਂ ਕੁਝ ਵੀ ਕਰਨ ਵਾਲਾ ਨਹੀਂ ਹਾਂ। ਸਾਰਾ ਕੁਝ हे ਪਰਮੇਸ਼ਰ ਤੁਸੀਂ ਹੀ ਕਰਨ ਵਾਲੇ ਹੋ। ਜਾਂ ਹੋ ਕਰੀ ਨ ਹੋਈ। ਜਾ ਹਉ ਕਰੀ। हे ਪਰਮੇਸ਼ਰ, ਜੇਕਰ ਮੈਂ ਕੋਈ ਕਾਰਜ ਹਉ ਭਾਵ ਅਹੰਕਾਰ ਦੇ ਅੰਦਰ ਆ ਕੇ ਕੋਈ ਕਾਰਜ ਕਰਨਾ ਚਾਹੁੰਦਾ ਹਾਂ ਤਾਂ हे ਪਰਮੇਸ਼ਰ ਨਾ ਹੋਈ। ਉਹ ਤੁਹਾਡੇ ਦਰ ਦੇ ਉੱਪਰ ਪ੍ਰਵਾਨ ਨਹੀਂ ਹੁੰਦਾ। ਜੇਕਰ ਮੈਂ ਅਹੰਕਾਰ ਕਰਕੇ ਤੁਹਾਡਾ ਨਾਮ ਜਪਦਾ ਹਾਂ, ਸੇਵਾ ਕਰਦਾ ਹਾਂ ਤਾਂ ਉਹ ਤੁਹਾਡੇ ਦਰ 'ਤੇ ਨਾ ਹੋਈ, ਉਹ ਪ੍ਰਮਾਣ ਨਹੀਂ ਹੁੰਦਾ। ਇਸੇ ਹੀ ਪ੍ਰਕਾਰ ਜਾ ਹਾਂ ਕਰੀ। ਅਤੇ ਜੇ ਮੈਂ ਆਪਦੇ ਬਲ ਉਦਮ ਦੇ ਨਾਲ ਜੇਕਰ ਕੋਈ ਕਾਰਜ ਕਰਨਾ ਚਾਹਵਾਂ, ਆਪ ਜੀ ਦਾ ਨਾਮ ਜਪਣਾ ਚਾਹਵਾਂ, ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨਾ ਚਾਹਵਾਂ, ਬੰਦਗੀ ਕਰਨਾ ਚਾਹਵਾਂ, ਨਾ ਹੋਈ ਤਾਂ ਉਹ ਮੇਰੇ ਪਾਸ ਹੈ ਪਰਮੇਸ਼ਰ ਮੇਰੇ ਜ਼ੋਰ ਦੇ ਨਾਲ ਨਹੀਂ ਹੁੰਦਾ। ਜੇਕਰ ਤੁਸੀਂ ਬਖਸ਼ਿਸ਼ ਕਰੋ ਤਾਂ ਤੂੰ ਕਰਨਾ, ਤੁਸੀਂ ਕਰਨਾ ਹੈ, ਤੂੰ ਕਰਤਾ, ਕਰਨਾ ਮੈਂ ਨਹੀਂ, ਮੈਂ ਕੁਛ ਵੀ ਨਹੀਂ ਕਰਨਾ। ਜੋ ਕਰਦੇ ਹੋ ਤੁਸੀਂ ਹੀ ਪਰਮੇਸ਼ਰ ਉਦਮ ਬਖਸ਼ਿਸ਼ ਕਰਕੇ ਅਜਿਹੀਆਂ ਗੁਰਸਿੱਖਾਂ ਤੇ ਬਖਸ਼ਿਸ਼ਾਂ ਕਰਦੇ ਹੋ। हे ਪਰਮੇਸ਼ਰ, ਬਲਿਹਾਰੀ ਕੁਦਰਤ ਵਸਿਆ। ਬਲਿਹਾਰੀ ਕੁਦਰਤ ਵਸਿਆ। हे ਪਰਮੇਸ਼ਰ, ਜਿਹੜਾ ਤੂੰ ਆਪਣੀ ਬਣਾਈ ਹੋਈ ਮਾਇਆ ਦੁਆਰਾ ਜਿਹੜੀ ਤੂੰ ਕੁਦਰਤ ਬਣਾਈ ਹੈ ਉਸ ਦੇ ਅੰਦਰ ਤੂੰ ਵਸਿਆ ਹੋਇਆ ਹੈ। ਬਲਿਹਾਰੀ, ਮੈਂ ਤੇਰੇ ਤੋਂ, ਅਸੀਂ ਤੁਹਾਡੇ ਤੋਂ ਬਲਿਹਾਰਨੇ ਜਾਂਦੇ ਹਾਂ, ਤੁਸੀਂ ਕੁਦਰਤ ਕਰਕੇ ਉਹਦੇ ਵਿੱਚ ਹੀ ਵਸੇ ਹੋਏ ਹੋ। ਤੇਰਾ ਅੰਤ ਨ ਜਾਏ ਲਿਖਿਆ। ਤੇਰਾ ਅੰਤ ਨਾ ਜਾਈ ਲਖਿਆ। हे ਪਰਮੇਸ਼ਰ, ਤੇਰਾ ਜੋ ਅੰਤ ਹੈ ਪਾਰਾਵਾਰ ਹੈ ਕਿ ਤੁਸੀਂ ਕਿਤਨੇ ਵਿਸ਼ਾਲ ਹੋ। ਨਾ ਜਾਈ ਲਖਿਆ, ਕੋਈ ਲਖਿਆ ਭਾਵ ਵਖਿਆਣ ਕਰਕੇ ਨਹੀਂ ਦੱਸ ਸਕਦਾ ਕਿ हे ਪਰਮੇਸ਼ਰ ਤੁਸੀਂ ਕਿੱਡੇ ਹੋ, ਤੁਹਾਡਾ ਅੰਤ ਕਿੱਥੇ ਜਾ ਕੇ ਆਉਂਦਾ ਹੈ, ਕੋਈ ਨਹੀਂ ਦੱਸ ਸਕਦਾ। ਰਹਾਉ। ਰਹਾਉ, ਰਹਾਉ ਦੇ ਨਾਲ ਸਤਿਗੁਰੂ ਫਰਮਾਉਂਦੇ ਹਨ ਕਿ ਇਹ ਜੋ ਸ਼ਬਦ ਹੈ, ਇਹ ਜੋ ਪੰਕਤੀ ਹੈ, ਇਹ ਪੂਰੇ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੈ। ਅਥਵਾ ਜੋ ਕੀਰਤਨ ਕਰਨ ਵਾਲੇ ਗੁਰਸਿੱਖ ਹਨ ਉਹਨਾਂ ਨੂੰ ਇਹ ਹਦਾਇਤ ਹੈ ਕਿ ਜੋ ਰਹਾਉ ਵਾਲੀ ਪੰਕਤੀ ਹੈ ਉਸ ਨੂੰ ਸਥਾਈ ਬਣਾ ਕੇ, ਉਸ ਨੂੰ ਆਧਾਰ ਬਣਾ ਕੇ ਸ਼ਬਦ ਪੜ੍ਹਨਾ ਹੈ। ਅਥਵਾ ਜੋ ਜਿਸ ਸ਼ਬਦ ਦੇ ਅੰਦਰ 2 ਵਾਰ ਰਹਾਉ ਆਉਂਦਾ ਹੈ, ਰਹਾਉ ਪਹਿਲਾਂ ਇੱਕ ਵਾਰ ਅਤੇ ਜੋ ਦੂਸਰੀ ਵਾਰੀ ਰਹਾਉ ਦੂਜਾ ਕਰਕੇ ਗੁਰਬਾਣੀ ਅੰਦਰ ਆਉਂਦਾ ਹੈ, ਉੱਥੇ ਸਤਿਗੁਰੂ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਪਹਿਲੀ ਰਹਾਉ ਦੇ ਅੰਦਰ ਸਤਿਗੁਰੂ ਜੋ ਪ੍ਰਸ਼ਨ ਕੀਤਾ ਹੁੰਦਾ ਹੈ ਅਤੇ ਜਾਂ ਜੋ ਬੁਝਾਰਤ ਪਾਈ ਹੁੰਦੀ ਹੈ ਉਸ ਨੂੰ ਸਤਿਗੁਰੂ ਦੂਸਰੀ ਰਹਾਉ ਦੇ ਅੰਦਰ ਉਸ ਦਾ ਉੱਤਰ ਦਿੰਦੇ ਹਨ ਜਾਂ ਉਹ ਪਾਈ ਹੋਈ ਬੁਝਾਰਤ ਨੂੰ ਸੁਲਝਾ ਕਰਕੇ ਗੁਰਸਿੱਖ ਨੂੰ ਸਮਝਾਉਂਦੇ ਹਨ। ਇਸੇ ਹੀ ਪ੍ਰਕਾਰ ਜਿਸ ਸਮੇਂ ਕੀਰਤਨ ਕਰਨਾ ਹੈ ਤਾਂ ਉਹ ਕੀਰਤਨ ਕਰਨ ਵਾਲਾ ਸਿੰਘ ਇਹ ਦੋਨਾਂ ਰਹਾਵਾਂ ਦੇ ਵਿੱਚੋਂ ਕੋਈ ਇੱਕ ਰਹਾਉ ਨੂੰ ਚੁਣ ਕੇ ਅਤੇ ਸਥਾਈ ਬਣਾ ਕੇ ਕੀਰਤਨ ਕਰ ਸਕਦਾ ਹੈ। ਇਸੇ ਹੀ ਪ੍ਰਕਾਰ ਸਤਿਗੁਰੂ ਰਹਾਉ ਲਿਖਦੇ ਹੋਏ ਇਸ ਪੰਕਤੀ ਨੂੰ, ਇਸ ਸ਼ਬਦ ਦਾ ਸਮੁੱਚਾ ਕੇਂਦਰੀ ਭਾਵ ਦਰਸਾਉਂਦੇ ਹੋਏ ਠਹਿਰਾਓ ਦੇ ਕੇ ਫਰਮਾਉਂਦੇ ਹਨ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਜਾਤ ਮਹਿ ਜੋਤ। हे ਪਰਮੇਸ਼ਰ, ਜਿਹੜੀਆਂ ਤੂੰ ਇਹ ਜਾਤਾਂ ਬਣਾਈਆਂ ਹਨ, ਇਹ ਜੋ ਜੀਵ ਜਿਣਸਾਂ ਪੈਦਾ ਕੀਤੀਆਂ ਹਨ, ਹਰੇਕ ਜੀਵ ਸੂਖਮ ਅਤੇ ਅਸਥੂਲ, ਇਹ ਤੁਸੀਂ ਜੋ ਪੈਦਾ ਕੀਤੇ ਹਨ हे ਪਰਮੇਸ਼ਰ, ਜਾਤ ਮਹਿ ਜੋਤ, ਤੁਹਾਡੀ ਹੀ ਜੋਤ ਇਹਨਾਂ ਦੇ ਵਿੱਚ ਪਰਸ ਰਹੀ ਹੈ। ਕੀ ਹਾਥੀ ਅਤੇ ਕੀ ਕੀੜੀ, ਹਾਥੀ ਦਾ ਕਿੰਨਾ ਤਕੜਾ ਵਿਸ਼ਾਲ ਸਰੀਰ ਹੈ ਅਤੇ ਕੀੜੀ ਦਾ ਕਿੰਨਾ ਸੂਖਮ ਸਰੀਰ ਹੈ, ਪਰ हे ਪਰਮੇਸ਼ਰ ਇਹਨਾਂ ਦੋਹਾਂ ਦੇ ਅੰਦਰ ਹੀ ਤੇਰੀ ਜੋਤ ਇੱਕ ਸਾਰ, ਇੱਕ ਬਰਾਬਰ ਵਿਆਪ ਰਹੀ ਹੈ। ਇਸੇ ਹੀ ਪ੍ਰਕਾਰ ਫਿਰ ਪੜ੍ਹ ਦਿਓ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਜੋਤ ਮਹਿ ਜਾਤਾ। ਅਤੇ ਇਹ ਪਰਮੇਸ਼ਰ ਜੋਤੀ ਸਰੂਪ ਸਤਿਗੁਰੂ ਜਿਹੜੀ ਤੁਹਾਡੀ ਜੋਤ ਹੈ, ਜੋਤ ਮਹਿ ਜਾਤਾ, ਅਤੇ ਇਹ ਜਿਹੜੇ ਸਾਰੇ ਜੀਵ ਤੁਸੀਂ ਪੈਦਾ ਕੀਤੇ ਹਨ ਤੁਹਾਡੀ ਜੋਤ ਦੇ ਵਿੱਚ ਹੀ ਜਾਣੇ ਜਾਂਦੇ ਹਨ, ਇਸ ਤੋਂ ਬਾਹਰ ਨਹੀਂ ਹਨ। ਅਕਲ ਕਲਾ ਭਰਪੂਰ ਰਹਿਆ। ਅਕਲ, ਅਕਾਲ ਭਾਵ ਕਲਪਨਾ ਤੋਂ ਰਹਿਤ ਅਜਿਹਾ ਪਰਮੇਸ਼ਰ ਹੈ। ਪਰਮੇਸ਼ਰ ਤੂੰ ਸਾਡੀ ਕਲਪਨਾ ਦੇ ਵਿੱਚ ਵੀ ਨਹੀਂ ਆ ਸਕਦਾ, ਅਜਿਹਾ ਤੂੰ ਵਿਸ਼ਾਲ ਹੈ। ਅਕਲ ਕਲਾ ਭਰਪੂਰ, ਜਿਹੜੀਆਂ ਕਲਾ ਸ਼ਕਤੀਆਂ ਹਨ ਉਹਨਾਂ ਨਾਲ ਤੂੰ ਲਬਾਲਬ ਭਰਿਆ ਹੋਇਆ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਨਾ, ਅਨੰਤ ਕਲਾ ਹੋਏ ਠਾਕੁਰ ਚੜਿਆ। ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਹਨ, ਅਨੇਕਾਂ ਕਲਾ ਧਾਰ ਕੇ ਇਸ ਜਗਤ ਦੇ ਅੰਦਰ ਆਉਣਾ ਕੀਤਾ ਉਹਨਾਂ ਨੇ। ਇਸ ਪ੍ਰਕਾਰ ਜੋ ਕਲਪਨਾ ਤੋਂ ਰਹਿਤ ਪਰਮੇਸ਼ਰ ਅਕਲ ਹੈ, ਭਰਪੂਰ
ਅਕਲ ਕਲਾ ਜਿਹੜੀਆਂ ਇਸ ਪਰਮਾਤਮਾ ਦੀਆਂ ਸ਼ਕਤੀਆਂ ਨਾਲ ਹੈ ਪਰਮੇਸ਼ਰ ਉਹ ਭਰਿਆ ਹੋਇਆ ਹੈ, ਭਰਪੂਰ ਰਹਿਆ। ਇਸੇ ਹੀ ਪ੍ਰਕਾਰ ਜੋ ਭਰਪੂਰ ਰਹਿਆ, ਜੋ ਪਰਮੇਸ਼ਰ ਜੀਵਾਂ ਨੂੰ ਰਿਜ਼ਕ ਦੇ ਕਰਕੇ ਤੇ ਉਹਨਾਂ ਦੇ ਪੇਟ ਨੂੰ ਭਰਪੂਰ ਕਰ ਰਿਹਾ ਹੈ, ਇਸੇ ਹੀ ਪ੍ਰਕਾਰ ਪਰਮੇਸ਼ਰ ਅਥਵਾ ਜੀਵਾਂ ਨੂੰ ਦਾਤਾਂ ਦੇ ਕਰਕੇ ਉਹਨਾਂ ਨੂੰ ਭਰਪੂਰ ਕਰ ਰਿਹਾ ਹੈ, ਅਥਵਾ ਬਨਸਪਤੀ ਨੂੰ ਸਾਰੇ ਹੀ ਜੀਵਾਂ ਨੂੰ ਹਰਿਆ ਭਰਿਆ ਕਰ ਰਿਹਾ ਹੈ। ਜੋ ਅਕਲ ਕਲਾ ਸਰਵ ਸ਼ਕਤੀਮਾਨ ਪਰਮੇਸ਼ਰ ਐਸਾ ਹੈ ਤੂੰ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ। ਤੂੰ ਸੱਚਾ ਸਾਹਿਬ, हे ਪਰਮੇਸ਼ਰ ਤੂੰ ਸੱਚਾ ਹੈ, ਭਾਵ ਸਦਾ ਥਿਰ ਰਹਿਣ ਵਾਲਾ ਹੈ, ਕਦੀ ਮਿਟਣ ਵਾਲਾ ਨਹੀਂ। ਅਜਿਹਾ ਤੂੰ ਸੱਚਾ ਸਾਹਿਬ, ਤੂੰ ਸਾਹਿਬ ਭਾਵ ਮਾਲਕ ਹੈ ਸਾਰੇ ਜੀਵਾਂ ਦੇ ਸਿਰ ਤੇ, ਤੂੰ ਹੀ ਹੈ ਪਰਮੇਸ਼ਰ ਮਾਲਕ ਹੈ। ਸਿਫਤ ਸਵਾਲਿਓ, ਤੇਰੀ ਜੋ ਸਿਫਤ ਹੈ, ਜੋ ਪਰਮੇਸ਼ਰ ਤੁਹਾਡੀ ਵਡਿਆਈ ਹੈ ਉਹ ਸਵਾਲਿਓ ਭਾਵ ਸੋਹਣੀ ਹੈ, ਸਲਾਹੁਣਯੋਗ ਹੈ। हे ਪਰਮੇਸ਼ਰ ਜਿਨ ਕੀਤੀ ਸੋ ਪਾਰ ਪਿਆ। ਜਿਨ ਕੀਤੀ, हे ਪਰਮੇਸ਼ਰ ਜਿਨ੍ਹਾਂ ਨੇ ਤੁਹਾਡੀ ਸਿਫਤ ਸਲਾਹ ਕਰਨਾ ਕੀਤੀ, ਵਡਿਆਈ ਕਰਨਾ ਕੀਤੀ, ਸੋ ਪਾਰ ਪਿਆ, ਉਹ ਇਸ ਭਵਜਲ ਸੰਸਾਰ ਤੋਂ ਪਾਰਲੇ ਪਾਸੇ ਭਾਵ ਮੁਕਤ ਹੋ ਗਿਆ। ਉਹ ਜਨਮ ਮਰਨ ਦੇ ਗੇੜ ਵਿੱਚ ਦੁਬਾਰਾ ਫਿਰ ਨਹੀਂ ਆਵੇਗਾ। ਜਿਸ ਜੀਵ ਨੇ ਤੁਹਾਡੀ ਸਿਫਤ ਸਲਾਹ ਕਰਨਾ ਕੀਤੀ। ਕਹੋ ਨਾਨਕ ਕਰਤੇ ਕੀਆਂ ਬਾਤਾਂ। ਕਹੋ ਨਾਨਕ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਐਸੇ ਪਰਮੇਸ਼ਰ ਦੀਆਂ ਬਾਤਾਂ ਕਹਿਣੀਆਂ ਚਾਹੀਦੀਆਂ ਹਨ ਸਾਨੂੰ, ਐਸੇ ਪਰਮੇਸ਼ਰ ਦੀ ਸਾਨੂੰ ਵਡਿਆਈ ਕਰਨੀ ਚਾਹੀਦੀ ਹੈ। ਜੋ ਕਿਛ ਕਰਨਾ ਸੋ ਕਰ ਰਹਿਆ। ਜੋ ਕਿਛ ਕਰਨਾ, ਇਹ ਪਰਮੇਸ਼ਰ ਜੋ ਤੁਸੀਂ ਕਰਨਾ ਚਾਹੁੰਦੇ ਹੋ, ਜੋ ਤੁਸੀਂ ਕਰਨਾ ਹੈ ਸੋ ਕਰ ਰਹਿਆ। ਉਹ ਪਰਮੇਸ਼ਰ ਤੁਸੀਂ ਕਰਕੇ ਹੀ ਰਹਿੰਦੇ ਹੋ, ਕਿਸੇ ਦੇ ਰੋਕਿਆ ਨਹੀਂ ਰੁਕਦੇ। ਐਸਾ ਜੋ ਪਰਮੇਸ਼ਰ ਆਪਦੀ ਮਰਜ਼ੀ ਦਾ ਮਾਲਕ ਹੈ, ਉਹ ਜੋ ਚਾਹੁੰਦਾ ਹੈ ਉਹੀ ਹੁੰਦਾ ਹੈ, ਉਸ ਦਾ ਹੁਕਮ ਕੋਈ ਫੇਰ ਨਹੀਂ ਸਕਦਾ। ਇਸੇ ਪ੍ਰਕਾਰ ਸਤਿਗੁਰਾਂ ਦੀਆਂ ਇਹ ਜੋ ਵਡਿਆਈਆਂ ਹਨ ਇਹ ਉਹ ਗਾਉਣੀਆਂ ਚਾਹੀਦੀਆਂ ਹਨ। ਇਸੇ ਪ੍ਰਕਾਰ ਫਿਰ ਪੜ੍ਹ ਦਿਓ ਆਖਰੀ ਪੰਕਤੀ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਰਤੇ ਦੀਆਂ ਅਜਿਹੀਆਂ ਬਾਤਾਂ ਹਨ ਕਿ ਪਰਮੇਸ਼ਰ ਆਪਦੀ ਮਰਜ਼ੀ ਦਾ ਆਪ ਮਾਲਕ ਹੈ, ਉਹ ਗਾਉਣੀਆਂ ਚਾਹੀਦੀਆਂ ਹਨ। ਜੋ ਕੁਛ ਕਰਨਾ ਸੋ ਕਰ ਰਿਹਾ, ਉਹ ਪਰਮੇਸ਼ਰ ਕਰਕੇ ਹੀ ਰਹਿੰਦੇ ਹਨ। ਇਹ ਸਾਧ ਸੰਗਤ ਜੀ, ਜੋ ਸੋਦਰ ਰਹਿਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਜੋ ਆਰੰਭਲੇ 2 ਸ਼ਬਦ ਸਨ, ਹਰ ਜੁਗ ਜੁਗ ਭਗਤ ਉਪਾਇਆ ਵਾਲਾ ਅਤੇ ਉਸ ਤੋਂ ਉਪਰੰਤ ਦੁੱਖ ਦਾਰੂ ਸੁਖ ਰੋਗ ਪਾਇਆ, ਇਹ 2 ਸ਼ਬਦਾਂ ਦੀ ਆਪਾਂ ਵਿਚਾਰ ਸਰਵਣ ਕੀਤੀ ਹੈ। ਇਸ ਤੋਂ ਬਾਹਰ ਜੋ ਸੋਦਰ ਰਹਿਰਾਜ ਸਾਹਿਬ ਦੇ ਅੰਦਰ ਸ਼ਬਦ ਆਉਂਦਾ ਹੈ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਇਸ ਦੀ ਵਿਚਾਰ ਜੋ ਆਪਾਂ ਪਿਛਲੇ ਦੀਵਾਨਾਂ ਵਿੱਚ ਸਰਵਣ ਕਰ ਲਈ ਸੀ, ਅਤੇ ਹੁਣ ਇਸ ਤੋਂ ਬਾਹਰ ਜੋ ਸ਼ਬਦ ਆ ਰਿਹਾ ਹੈ ਉਸ ਦੀ ਵਿਚਾਰ ਸਰਵਣ ਕਰੀਏ ਜੀ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ। ਐਸਾ ਪਰਮੇਸ਼ਰ, हे ਸਤਿਗੁਰੂ ਸਾਧ ਸੰਗਤ ਜੀ, ਸੁਣ ਵੱਡਾ ਆਖਿਆ ਸਭ ਕੋਏ। ਇਹ ਜੋ ਪਾਵਨ ਸ਼ਬਦ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਆਸਾ ਰਾਗ ਅੰਦਰ ਸਤਿਗੁਰਾਂ ਨੇ ਉਸ ਸਮੇਂ ਫਰਮਾਉਣਾ ਕੀਤਾ ਜਿਸ ਸਮੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵੇਈ ਨਦੀ ਦੇ ਅੰਦਰ 3 ਦਿਨ ਵਾਸਤੇ ਅਲੋਪ ਹੋ ਕਰਕੇ ਸੱਚਖੰਡ ਗਏ ਸਨ, ਅਤੇ ਜਿਸ ਸਮੇਂ ਉੱਥੋਂ ਵਾਪਸ ਪ੍ਰਗਟ ਹੋਏ ਸਨ ਤਾਂ ਉਸ ਸਮੇਂ ਸਤਿਗੁਰਾਂ ਨੇ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਜੋ ਸੰਪੂਰਨ ਮੂਲ ਮੰਤਰ ਉਚਾਰ ਕੇ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ। ਉਸ ਸਮੇਂ ਸਤਿਗੁਰਾਂ ਦੇ ਭੈਣ ਜੀ ਬੇਬੇ ਨਾਨਕੀ ਜੀ ਹੋਰਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਸੀ ਕਿ ਸਤਿਗੁਰੂ, ਜਿਸ ਪਰਮੇਸ਼ਰ ਦੇ ਦਰ ਤੋਂ ਤੁਸੀਂ ਹੋ ਕੇ ਆਏ ਹੋ, ਸਾਡੇ 'ਤੇ ਵੀ ਕਿਰਪਾ ਕਰੋ, ਦੱਸਣਾ ਕਰੋ ਕਿ ਉਹ ਪਰਮੇਸ਼ਰ ਦਾ ਦਰ ਕਿਹੋ ਜਿਹਾ ਹੈ ਅਤੇ ਕਿਤਨਾ ਕੁ ਵੱਡਾ ਹੈ। ਇਸੇ ਪ੍ਰਕਾਰ ਫਿਰ ਪੜ੍ਹ ਦਿਓ। ਸੁਣ ਵੱਡਾ ਆਖੇ ਸਭ ਕੋਏ। हे ਭੈਣ ਜੀ, हे ਬੇਬੇ ਨਾਨਕੀ ਜੀ, ਸੁਣਨਾ ਕਰੋ ਜੋ ਸੁਣ ਵੱਡਾ ਆਖੈ ਸਭ ਕੋਏ। ਜੋ ਵੇਦਾਂ ਦੇ ਅੰਦਰ, ਸ਼ਾਸਤਰਾਂ ਦੇ ਅੰਦਰ ਅਤੇ ਧਰਮ ਗ੍ਰੰਥਾਂ ਦੇ ਅੰਦਰ ਜੋ ਪਰਮੇਸ਼ਰ ਦੀ ਵਡਿਆਈ ਕਥਨ ਕੀਤੀ ਗਈ ਹੈ, ਉਸ ਨੂੰ ਸੁਣ ਸੁਣ ਕੇ ਸਾਰੇ ਹੀ ਇਹ ਕਹਿ ਰਹੇ ਹਨ, ਵੱਡਾ ਆਖਿਆ ਸਭ ਕੋਈ। ਤੈਨੂੰ ਕਹਿ ਰਹੇ ਹਨ ਕਿ ਪਰਮੇਸ਼ਰ ਬਹੁਤ ਹੀ ਵੱਡਾ ਹੈ, ਬੜਾ ਵਿਸ਼ਾਲ ਹੈ। ਸਾਰੇ ਸੁਣ ਸੁਣ ਕੇ ਹੀ ਕਹੀ ਜਾਂਦੇ ਹਨ। ਪਰ ਹੇ ਭੈਣ ਜੀ, ਕੇਵਡ ਵੱਡਾ ਡੀਠਾ ਹੋਏ। ਪਰ ਉਹ ਜਿਹੜਾ ਪਰਮੇਸ਼ਰ ਹੈ ਕੇਵਡ ਵੱਡਾ, ਉਹ ਕਿਤਨਾ ਕੁ ਵੱਡਾ ਹੈ, ਕਿਤਨਾ ਕੁ ਕਥਨ ਕਰਕੇ ਦੱਸੀਏ ਕਿ ਉਹ ਵੱਡਾ ਹੈ, ਕਿਵੇਂ ਪਤਾ ਲੱਗੇ?
ਡੀਠਾ ਹੋਏ। ਉਹ ਡਿੱਠਿਆਂ ਹੀ ਦੇਖਿਆ ਹੀ ਪਤਾ ਲੱਗ ਸਕਦਾ ਹੈ ਉਹ ਪਰਮੇਸ਼ਰ ਕਿਤਨਾ ਕੁ ਵਿਸ਼ਾਲ ਹੈ, ਕੋਈ ਕਹਿ ਕੇ ਨਹੀਂ ਦੱਸ ਸਕਦਾ। ਕੇਵਲ ਵੱਡਾ ਡੀਠਾ ਹੋਏ। ਜਿਸ ਜੀਵ ਨੇ ਉਸ ਪਰਮੇਸ਼ਰ ਦੇ ਅੱਖਾਂ ਦੇ ਨਾਲ ਦਰਸ਼ਨ ਕਰ ਲੈ, ਉਸ ਆਤਮਕ ਅੱਖਾਂ ਦੇ ਨਾਲ ਪਰਮੇਸ਼ਰ ਦੇ ਦਰਸ਼ਨ ਕਰ ਲੈ, ਉਹ ਹੀ ਦੱਸ ਸਕਦਾ ਹੈ ਕਿ ਪਰਮੇਸ਼ਰ ਕਿਤਨਾ ਵੱਡਾ ਹੈ। ਹੋਰ ਬਾਕੀ ਜੀਵ ਤਾਂ ਸੁਣ ਕੇ ਹੀ ਕਹੀ ਜਾ ਰਹੇ ਹਨ ਕਿ ਪਰਮੇਸ਼ਰ ਬਹੁਤ ਵੱਡਾ ਹੈ। ਕੀਮਤ ਪਾਏ ਨ ਕਹਿਆ ਜਾਏ। ਹੇ ਭੈਣ ਜੀ, ਉਸ ਪਰਮੇਸ਼ਰ ਦੀ ਕੀਮਤ ਪਾਏ ਨਾ ਕਹਿਆ ਜਾਏ। ਨਾ ਉਸ ਪਰਮੇਸ਼ਰ ਦੀ ਕੀਮਤ ਪਾਈ ਜਾ ਸਕਦੀ ਹੈ ਕਿ ਉਹ ਪਰਮੇਸ਼ਰ ਕਿਤਨਾ ਕੁ ਕੀਮਤੀ ਹੈ, ਅਤੇ ਨਾ ਕਹਿਆ ਜਾਏ। ਨਾ ਹੀ ਉਹ ਪਰਮੇਸ਼ਰ ਕਹਿਆ ਜਾ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ, ਕਿਤਨਾ ਵਿਸ਼ਾਲ ਹੈ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਹੇ ਬੇਬੇ ਜੀ, ਜਿਹੜੇ ਕਹਿਣ ਵਾਲੇ, ਜਿਨ੍ਹਾਂ ਨੇ ਕਹਿਣਾ ਸੀ, ਭਾਵ ਜਿਨ੍ਹਾਂ ਨੇ ਪਰਮੇਸ਼ਰ ਨੂੰ ਦੇਖ ਲਿਆ ਅਤੇ ਹੁਣ ਉਹਨਾਂ ਨੇ ਕਹਿਣਾ ਸੀ ਕਿ ਪਰਮੇਸ਼ਰ ਕਿਹੋ ਜਿਹਾ ਹੈ, ਪਰ ਉਹ ਤਾਂ ਹੁਣ ਤੇਰੇ ਰਹੇ ਸਮਾਏ। ਉਹ ਤੇਰੇ ਰਹੇ ਸਮਾਏ। ਉਹ ਇਹ ਪਰਮੇਸ਼ਰ ਜਿਹੜੇ ਤੇਰੇ, ਜਿਨ੍ਹਾਂ ਨੇ ਤੈਨੂੰ ਕਹਿਣਾ ਸੀ, ਉਹ ਤੇਰੇ ਅੰਦਰ ਸਮਾ ਕੇ ਰਹਿ ਗਏ। ਭਾਵ ਇਹ ਉਹ ਗੱਲ ਬਣਦੀ ਹੈ ਕਿ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਜਿਸ ਪ੍ਰਕਾਰ ਗੂੰਗੇ ਮਨੁੱਖ ਨੂੰ ਗੁੜ ਜਾਂ ਮਠਿਆਈ ਖਵਾਈ ਜਾਵੇ ਤਾਂ ਉਸ ਨੂੰ ਪੁੱਛਿਆ ਜਾਵੇ ਕਿ ਦੱਸ ਭਾਈ ਇਹ ਗੁੜ ਕਿਤਨਾ ਕੁ ਮਿੱਠਾ ਹੈ। ਉਹ ਇਹ ਤਾਂ ਦੱਸ ਸਕਦਾ ਹੈ ਕਿ ਇਹ ਮਿੱਠਾ ਹੈ ਜਾਂ ਨਹੀਂ, ਪਰ ਇਹ ਨਹੀਂ ਦੱਸ ਸਕਦੇ ਉਹ ਕਿਤਨਾ ਕੁ ਮਿੱਠਾ ਹੈ। ਇਸੇ ਹੀ ਪ੍ਰਕਾਰ ਹੇ ਬੇਬੇ ਜੀ ਕਿ ਜਿਨ੍ਹਾਂ ਨੇ ਪਰਮੇਸ਼ਰ ਨੂੰ ਦੇਖਣਾ ਕੀਤਾ, ਪਰਮੇਸ਼ਰ ਦੇ ਦਰਸ਼ਨ ਕੀਤੇ, ਕਹਿਣੇ ਵਾਲੇ, ਉਹਨਾਂ ਨੇ ਕਹਿਣ ਵਾਲੇ ਜੋ ਸਨ ਤੇਰੇ ਰਹੇ ਸਮਾਏ। ਉਹ ਤੇਰੇ ਅੰਦਰ ਹੀ ਸਮਾ ਗਏ, ਉਹ ਕਹਿਣ ਜੋਗੇ ਹੀ ਨਹੀਂ ਰਹੇ। ਵੱਡੇ ਮੇਰੇ ਸਾਹਿਬਾ। ਇਸੇ ਹੀ ਪ੍ਰਕਾਰ ਜਿਸ ਸਮੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਬੇਬੇ ਨਾਨਕੀ ਜੀ ਨੂੰ ਇਹ ਬਚਨ ਕਰਕੇ ਸੁਣਾ ਰਹੇ ਸਨ ਪਰਮੇਸ਼ਰ ਦੇ ਦਰ ਬਾਰੇ, ਤਾਂ ਉਹਨਾਂ ਦੀ ਜੋ ਸੁਰਤ ਹੈ ਪਰਮੇਸ਼ਰ ਦੇ ਨਾਲ ਜੁੜ ਗਈ ਅਤੇ ਪਰਮੇਸ਼ਰ ਦੇ ਸਨਮੁਖ ਸਤਿਗੁਰੂ ਸ਼ਬਦ ਉਚਾਰਨ ਲੱਗ ਪਏ। ਇਸੇ ਹੀ ਪ੍ਰਕਾਰ ਵੱਡੇ ਮੇਰੇ ਸਾਹਿਬਾ। ਵੱਡੇ, ਸਾਰਿਆਂ ਤੋਂ ਵੱਡੇ, ਸ੍ਰੇਸ਼ਟ, ਪਰਮ ਉੱਚ ਹੈ ਪਰਮੇਸ਼ਰ। ਮੇਰੇ ਸਾਹਿਬਾ, ਮੇਰੇ ਮਾਲਕ, ਮੇਰੀ ਜਿੰਦ ਦੇ ਮਾਲਕ, ਮੇਰੇ ਸਰੀਰ ਦੇ ਮਾਲਕ, ਮੇਰੇ ਮਨ ਦੇ ਹੈ ਪਰਮੇਸ਼ਰ ਵੱਡੇ ਮਾਲਕ। ਗਹਿਰ ਗੰਭੀਰਾ ਗੁਣੀ ਗਹੀਰਾ। ਗਹਿਰ ਭਾਵ ਨਿਰਹਲ। ਤੁਸੀਂ ਕਿਸੇ ਪ੍ਰਕਾਰ ਨਿਰਹਿਲ ਆਪਣੀ ਪਦਵੀ ਤੋਂ ਤੁਸੀਂ ਨਹੀਂ ਹਿਲਾਏ ਜਾ ਸਕਦੇ। ਗਹਿਰ ਅਤੇ ਗੰਭੀਰ, ਹੇ ਪਰਮੇਸ਼ਰ ਤੁਸੀਂ ਸਮੁੰਦਰ ਦੀ ਤਰ੍ਹਾਂ ਬਹੁਤ ਗੰਭੀਰ ਹੋ। ਇਹ ਅਸੀਂ ਜੀਵ ਮਛਲੀ ਦੀ ਨਿਆਈ ਹਾਂ। ਮਛਲੀ ਸਮੁੰਦਰ ਦੇ ਅੰਦਰ ਜਲ ਦਾ ਆਨੰਦ ਤਾਂ ਮਾਣ ਸਕਦੀ ਹੈ, ਪਰ ਸਮੁੰਦਰ ਦਾ ਪਾਰਲਾ ਪਾਸਾ ਨਹੀਂ ਪਾ ਸਕਦੀ ਕਿ ਸਮੁੰਦਰ ਕਿਤਨਾ ਵਿਸ਼ਾਲ ਹੈ। ਇਸੇ ਪ੍ਰਕਾਰ ਅਸੀਂ ਇਹ ਜੀਵ, ਹੇ ਪਰਮੇਸ਼ਰ, ਤੁਹਾਡੀ ਬਣਾਈ ਹੋਈ ਇਸ ਸ੍ਰਿਸ਼ਟੀ ਦੇ ਅੰਦਰ ਤੁਹਾਡਾ ਆਨੰਦ ਤਾਂ ਮਾਣ ਸਕਦੇ ਹਾਂ ਤੁਹਾਡੇ ਸਿਮਰਨ ਦੇ ਦੁਆਰਾ, ਪਰ ਤੁਹਾਡਾ ਪਾਰਲਾ ਵਾਰ ਕਿਤਨੇ ਕੁ ਤੁਸੀਂ ਵੱਡੇ ਹੋ, ਕਿਤਨੇ ਸ੍ਰੇਸ਼ਟ ਹੋ, ਅਸੀਂ ਇਹ ਨਹੀਂ ਜਾਣ ਸਕਦੇ, ਨਹੀਂ ਕਹਿ ਸਕਦੇ। ਗਹਿਰ, ਗੰਭੀਰਾ ਅਤੇ ਸਤਿਗੁਰੂ ਫਰਮਾਉਂਦੇ ਹਨ ਗੁਣੀ ਗਹੀਰਾ। ਹੇ ਪਰਮੇਸ਼ਰ, ਤੁਸੀਂ ਭਗਤੀ ਰੂਪ ਜਿਹੜੇ ਗੁਣ ਹਨ, ਜੀਵਾਂ ਨੂੰ ਤੁਸੀਂ ਬਖਸ਼ਿਸ਼ ਕਰਦੇ ਹੋ। ਗਹੀਰਾ, ਤੁਸੀਂ ਉਹਨਾਂ ਦੇ ਖਜ਼ਾਨਾ ਰੂਪ ਹੋ। ਤੁਹਾਡੇ ਖਜ਼ਾਨੇ ਦੇ ਅੰਦਰ ਭਗਤੀ ਰੂਪੀ ਗੁਣ ਭੰਡਾਰੇ ਭਰੇ ਪਏ ਹਨ। ਐਸਾ ਹੇ ਪਰਮੇਸ਼ਰ ਤੁਸੀਂ ਹੋ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਕੋਈ ਨਾ ਜਾਣੈ, ਹੇ ਪਰਮੇਸ਼ਰ, ਕੋਈ ਨਹੀਂ ਜਾਣ ਸਕਦਾ ਤੇਰਾ ਕੀਤਾ, ਤੁਹਾਡਾ ਜਿਹੜਾ ਕਿਤਨਾ ਕੁ ਵੱਡਾ ਕੇਵੜ ਚੀਰਾ, ਕਿਤਨਾ ਵੱਡਾ ਚੀਰ। ਚੀਰਾ ਤੋਂ ਭਾਵ ਪਸਾਰਾ, ਖਲਾਰਾ ਪਰਮੇਸ਼ਰ ਦਾ, ਪਰਮੇਸ਼ਰ ਦੀ ਬਣਾਈ ਹੋਈ ਸ੍ਰਿਸ਼ਟੀ ਅਤੇ ਪਰਮੇਸ਼ਰ ਆਪ ਕਿਤਨਾ ਕੁ ਵਿਸ਼ਾਲ ਹੈ, ਕਿਤਨਾ ਕੁ ਵੱਡਾ ਹੈ, ਕੋਈ ਵੀ ਇਹ ਕਹਿਣ ਮਾਤਰ ਨਹੀਂ ਦੱਸ ਸਕਦਾ। ਰਹਾਉ। ਠਹਿਰਾਓ ਦੇ ਕੇ ਸਤਿਗੁਰੂ ਫਰਮਾਉਂਦੇ ਹਨ। ਸਭ ਕੀਮਤ ਮਿਲ ਕੀਮਤ ਪਾਈ। ਸਭ ਸੁਰਤੀ। ਸਭ ਸੁਰਤੀ ਮਿਲ ਸੁਰਤ ਕਮਾਈ। ਹੇ ਪਰਮੇਸ਼ਰ, ਤੁਹਾਡਾ ਕੋਈ ਵੀ ਉਰਲਾ ਪਰਲਾ ਪਾਸਾ ਕੋਈ ਵੀ ਜੀਵ ਕਹਿਣ ਮਾਤਰ ਨਹੀਂ ਕਹਿ ਸਕਦਾ। ਅਤੇ ਸਤਿਗੁਰੂ ਅੱਗੇ ਫਰਮਾਉਂਦੇ ਹਨ ਸਭ ਸੁਰਤੀ ਮਿਲ ਸੁਰਤ ਕਮਾਈ। ਹੇ ਪਰਮੇਸ਼ਰ,
ਸਤਿਗੁਰ ਪਰਮੇਸ਼ਰ ਅੱਗੇ ਜੋ ਜੀਵ ਪ੍ਰਸ਼ਨ ਕਰਦੇ ਹਨ ਕਿ ਇਹ ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਦੱਸਣਾ ਕਰੋ ਕਿ ਜੋ ਪਰਮੇਸ਼ਰ ਦਾ ਉਰਲਾ ਪਰਲਾ ਜਿਹੜੀ ਕੀਮਤ ਕਿਸੇ ਨੇ ਪਾਉਣ ਦਾ ਯਤਨ ਤਾਂ ਕੀਤਾ ਹੋਵੇਗਾ ਕਿ ਕਿਸੇ ਨੇ ਯਤਨ ਹੀ ਨਹੀਂ ਕੀਤਾ ਪਰਮੇਸ਼ਰ ਦੀ ਕੀਮਤ ਪਾਉਣ ਦਾ। ਤਾਂ ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਹਨ, ਸਭ ਸੁਰਤੀ, ਜਿਹੜੇ ਸੁਰਤੀਆਂ ਜੋੜਨ ਵਾਲੇ ਹਨ, ਜੋ ਪਤੰਜਲੀ ਆਦਿਕ ਹਨ, ਉਹ ਸੁਰਤੀਆਂ ਜੋੜ ਕੇ ਤੁਹਾਡੀ ਕੀਮਤ ਕਹਿਣ ਦਾ ਉਹਨਾਂ ਨੇ ਯਤਨ ਕੀਤਾ। ਸੁਰਤ ਕਮਾਈ ਅਤੇ ਸੁਰਤਾਂ ਜੋੜਨ ਦੀ ਜਿਹੜੀ ਘਾਲ ਕਮਾਈ ਉਹਨਾਂ ਨੇ ਕਰਨਾ ਕੀਤੀ। ਇਸ ਪ੍ਰਕਾਰ ਉਹਨਾਂ ਨੇ ਤੁਹਾਡੀ ਕੀਮਤ ਪਾਉਣ ਦਾ ਯਤਨ ਕੀਤਾ। ਸਭ ਕੀਮਤ ਮਿਲ ਕੀਮਤ ਪਾਈ। ਅਤੇ ਜੋ ਕੀਮਤ ਪਾਉਣ ਵਾਲੇ ਜੀਵ ਹਨ, ਜੋ ਕਿਸੇ ਚੀਜ਼ ਦੀ ਕੀਮਤ ਪਾਉਂਦੇ ਹਨ, ਮਿਲ ਉਹਨਾਂ ਨੇ ਸਾਰਿਆਂ ਨੇ ਮਿਲ ਕਰਕੇ ਕੀਮਤ ਪਾਈ। ਤੁਹਾਡੀ ਕੀਮਤ ਪਾਉਣ ਦਾ ਇਹ ਪਰਮੇਸ਼ਰ ਯਤਨ ਕੀਤਾ ਕਿ ਤੁਹਾਡੀ ਕੀਮਤ ਕਿਤਨੀ ਕੁ ਹੈ, ਕਿਤਨੇ ਤੁਸੀਂ ਵਡਮੁੱਲੇ ਹੋ, ਕਿਤਨਾ ਤੁਹਾਡਾ ਪਸਾਰਾ ਹੈ, ਉਹ ਕੀਮਤ ਪਾਉਣ ਦਾ ਯਤਨ ਕੀਤਾ। ਅਥਵਾ ਸਭ ਕੀ ਮਤ, ਇਹ ਅਰਥ ਕਰਨ ਵਾਸਤੇ ਸਾਧ ਸੰਗਤ ਇਹ ਵਿਸ਼ਰਾਮ ਇੱਥੇ ਲਾਉਣਾ ਹੈ। ਸਭ ਕੀ ਮਤ, ਸਾਰਿਆਂ ਨੇ ਹੀ ਆਪਣੀਆਂ ਮਤਾਂਤਰਾਂ ਨੂੰ ਮੇਲ ਕਰਕੇ ਪਰਮਾਤਮਾ ਦੀ ਪਰਮੇਸ਼ਰ ਦੀ ਕੀਮਤ ਪਾਉਣ ਦਾ ਯਤਨ ਕੀਤਾ। ਗਿਆਨੀ ਧਿਆਨੀ ਗੁਰ ਗੁਰ ਹਾਈ। ਗਿਆਨੀ ਜਿਹੜੇ ਗਿਆਨ ਕਥਨ ਕਰਨ ਵਾਲੇ ਹਨ ਜੀਵ, ਧਿਆਨੀ ਜਿਹੜੇ ਧਿਆਨ ਲਾ ਕੇ ਪਰਮੇਸ਼ਰ ਵਿੱਚ ਜੁੜਨ ਵਾਲੇ ਹਨ ਉਹ ਜੀਵ, ਗੁਰ ਭਾਵ ਦੇਵਤੇ, ਅਤੇ ਗੁਰਹਾਈ ਦੇਵਤਿਆਂ ਨੂੰ ਨਾਸ਼ ਕਰਨ ਵਾਲੇ ਭਾਵ ਦੈਂਤ। ਇਹ ਸਾਰਿਆਂ ਨੇ ਹੀ ਗਿਆਨੀਆਂ ਨੇ, ਧਿਆਨ ਲਾਉਣ ਵਾਲੇ ਧਿਆਨੀਆਂ ਨੇ, ਦੇਵਤਿਆਂ ਨੇ, ਅਤੇ ਗੁਰਹਾਈ ਤੋਂ ਭਾਵ ਦੇਵਤਿਆਂ ਦੇ ਸੰਗੀ ਸਾਥੀਆਂ ਭਰਾਵਾਂ ਨੇ, ਸਾਰਿਆਂ ਨੇ ਹੀ ਰਲ ਕੇ ਹੇ ਪਰਮੇਸ਼ਰ ਤੁਹਾਡੀ ਕੀਮਤ ਪਾਉਣ ਦਾ ਯਤਨ ਕੀਤਾ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕਹਿਣ ਨਾ ਜਾਈ, ਹੇ ਪਰਮੇਸ਼ਰ ਜੋ ਉੱਪਰ ਦੱਸੇ ਹੋਏ ਸਾਰੇ ਹਨ, ਜੋ ਸੁਰਤੀਆਂ ਜੋੜਨ ਵਾਲੇ ਸੁਰਤੀ ਹਨ, ਜੋ ਕੀਮਤਾਂ ਪਾਉਣ ਵਾਲੇ ਹਨ, ਜੋ ਗਿਆਨੀ ਧਿਆਨੀ ਦੇਵਤੇ ਦੈਂਤ ਹਨ, ਇਹਨਾਂ ਸਾਰਿਆਂ ਨੇ ਤੁਹਾਡੀ ਕੀਮਤ ਪਾਉਣ ਦਾ ਯਤਨ ਕੀਤਾ। ਪਰ ਹੇ ਪਰਮੇਸ਼ਰ ਕਹਿਣ ਨਾ ਜਾਈ, ਉਹਨਾਂ ਪਾਸੋਂ ਕਿਹਾ ਨਹੀਂ ਗਿਆ, ਨਹੀਂ ਕਹੀ ਗਈ ਤੁਹਾਡੀ ਕੀਮਤ। ਤੇਰੀ ਤਿਲ ਵਡਿਆਈ, ਤੁਹਾਡੀ ਤਿਲ ਮਾਤਰ ਵੀ ਵਡਿਆਈ ਉਹਨਾਂ ਪਾਸੋਂ ਨਹੀਂ ਕਰ ਹੋਈ। ਜਿਸ ਪ੍ਰਕਾਰ ਕਵੀ ਕਿਸੇ ਮਨੁੱਖ ਦੇ ਚਿਹਰੇ ਦੇ ਉੱਪਰ ਅਗਰ ਤਿਲ ਹੋਵੇ ਤਾਂ ਉਹ ਜੇਕਰ ਕਵੀ ਉਸ ਤਿਲ ਨੂੰ ਹੀ ਨਾ ਬਿਆਨ ਕਰ ਸਕੇ ਤਾਂ ਉਹ ਸੰਪੂਰਨ ਸਰੂਪ ਨੂੰ ਕਿਵੇਂ ਬਿਆਨ ਕਰ ਸਕਦਾ ਹੈ। ਇਸੇ ਹੀ ਪ੍ਰਕਾਰ ਇਹਨਾਂ ਸਾਰਿਆਂ ਨੇ ਰਲ ਕੇ ਵੀ ਤੁਹਾਡੀ ਤਿਲ ਮਾਤਰ ਵੀ ਵਡਿਆਈ ਇਹਨਾਂ ਕੋਲ ਨਹੀਂ ਕਰ ਹੋਈ। ਤਾਂ ਹੇ ਪਰਮੇਸ਼ਰ ਅਜਿਹੇ ਤੁਸੀਂ ਵਿਸ਼ਾਲ ਸਰੂਪ ਹੋ ਤਾਂ ਉਹ ਤੁਹਾਡੇ ਸਮੁੱਚੇ ਵਿਸ਼ਾਲ ਸਰੂਪ ਦੀ ਕਿਸ ਪ੍ਰਕਾਰ ਤੁਹਾਡੀ ਉਪਮਾ ਕਰ ਸਕਦੇ ਹਨ। ਭਾਵ ਜੋ ਕਹਿਣ ਨਾ ਜਾਈ, ਇਹਨਾਂ ਸਾਰਿਆਂ ਨੇ ਯਤਨ ਕੀਤਾ ਤੁਹਾਡੀ ਕੀਮਤ ਪਾਉਣ ਦਾ, ਤੁਹਾਡੀ ਵਡਿਆਈ ਕਹਿਣ ਦਾ, ਪਰ ਇਹਨਾਂ ਪਾਸੋਂ ਤਿਲ ਮਾਤਰ ਵੀ ਤੁਹਾਡੀ ਵਡਿਆਈ ਨਹੀਂ ਕਹਿ ਹੋਈ। ਸਭ ਸਤ ਸਭ ਤਪ ਸਭ ਚੰਗਿਆਈਆਂ। ਸਭ ਸਤ, ਜੋ 7 ਪ੍ਰਕਾਰ ਦੇ ਸਾਧ ਸੰਗਤ, ਸਭ ਸੱਤ ਰੱਖਣ ਵਾਲੇ ਜੋ ਜੀਵ ਹਨ, ਆਪਣੇ ਜੀਵਨ ਦੇ ਅੰਦਰ ਸੱਤ ਧਾਰਨ ਕਰਨ ਵਾਲੇ ਜੀਵ ਹਨ। ਸਭ ਤਪ, ਜੋ ਤਪ ਕਮਾਉਣ ਵਾਲੇ ਤਪਸੀ ਹਨ, ਉਹਨਾਂ ਦੀਆਂ ਜੋ ਤਪ ਦੀ ਵਡਿਆਈ ਹੈ। ਅਤੇ ਸਭ ਚੰਗਿਆਈਆਂ, ਅਤੇ ਜੋ ਚੰਗਿਆਈਆਂ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਵਾਲੇ ਜੀਵ ਹਨ। 7 ਧਾਰਨ ਕਰਨ ਵਾਲੇ ਜੀਵ, ਤਪ ਕਮਾਉਣ ਵਾਲੇ ਜੀਵ, ਅਤੇ ਚੰਗਿਆਈਆਂ ਆਪਣੇ ਜੀਵਨ ਦੇ ਅੰਦਰ ਚੰਗੇ ਕਰਮ ਕਰਨ ਵਾਲੇ ਜੀਵ ਹਨ। ਉਹ ਸਾਰੇ ਹੀ ਇਸੇ ਪ੍ਰਕਾਰ ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਸਿੱਧਾ ਪੁਰਖਾਂ ਜਿਹੜੇ ਸਿੱਧ ਜੋਗੀ ਹਨ, ਉਹਨਾਂ ਦੀਆਂ ਵਡਿਆਈਆਂ ਭਾਵ ਜੋ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਾਸ ਹੁੰਦੀਆਂ ਹਨ, ਅਤੇ ਅਥਵਾ ਜੋ ਰਿੱਧੀਆਂ ਸਿੱਧੀਆਂ ਦੁਆਰਾ ਜੋ ਵਡਿਆਈਆਂ ਖੱਟਦੇ ਹਨ ਸੰਸਾਰ ਦੇ ਅੰਦਰ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਤੁਧ ਬਿਨ, ਹੇ ਪਰਮੇਸ਼ਰ ਤੁਹਾਡੇ ਤੋਂ ਬਿਨਾਂ ਜਿਹੜੀਆਂ ਉੱਪਰ ਵਡਿਆਈਆਂ ਹਨ ਨਾ, ਜੋ ਦਾਤਾਂ ਹਨ, ਜੋ ਸੱਤ ਧਾਰਨ ਕਰਨਾ, ਤਪ ਕਰਨਾ, ਚੰਗਿਆਈਆਂ ਦੀਆਂ ਦਾਤਾਂ ਹਨ, ਜੋ ਜੀਵਨ 'ਚ ਚੰਗਿਆਈਆਂ ਕਰਨੀਆਂ, ਅਤੇ ਜੋ ਰਿੱਧੀਆਂ ਸਿੱਧੀਆਂ ਹਨ, ਸਿੱਧੀ ਕਿਨੈ ਨਾ ਪਾਈਆ। ਅਤੇ ਸਿੱਧੀ ਭਾਵ ਜੋ ਇਹ ਦਾਤਾਂ ਹਨ, ਇਹ ਕਿਸੇ ਨੇ ਵੀ ਹੇ ਪਰਮੇਸ਼ਰ ਤੁਹਾਡੇ ਦਿੱਤੇ ਤੋਂ ਬਿਨਾਂ ਕਿਸੇ ਨੇ ਵੀ ਇਹ ਪ੍ਰਾਪਤ ਨਹੀਂ ਕੀਤੀਆਂ। ਇਸੇ ਹੀ ਪ੍ਰਕਾਰ ਤੁਧ ਬਿਨ ਸਿੱਧੀ, ਜੋ ਸਿੱਧੀਆਂ ਹਨ ਭਾਵ ਰਿੱਧੀਆਂ ਸਿੱਧੀਆਂ ਹਨ, ਹੇ ਪਰਮੇਸ਼ਰ ਤੁਹਾਡੇ ਦਿੱਤੇ ਤੋਂ ਬਿਨਾਂ ਕਿਸੇ ਨੇ ਪ੍ਰਾਪਤ ਨਹੀਂ ਕੀਤੀਆਂ। ਸਿੱਧੀ ਤੋਂ ਭਾਵ ਮੁਕਤੀ, ਹੇ ਪਰਮੇਸ਼ਰ ਤੁਹਾਨੂੰ ਪਾਉਣ ਤੋਂ ਬਿਨਾਂ, ਤੁਧ ਬਿਨ ਤੁਹਾਨੂੰ ਪ੍ਰਾਪਤ ਕਰਨ ਤੋਂ ਬਿਨਾਂ ਕਿਸੇ ਨੇ ਵੀ ਮੁਕਤੀ ਇਸ ਸੰਸਾਰ ਦੇ ਵਿੱਚੋਂ ਮੁਕਤੀ ਨਹੀਂ ਹਾਸਲ ਕੀਤੀ। ਜਨਮ ਮਰਨ ਤੋਂ ਮੁਕਤੀ ਤਦੋਂ ਹੀ ਹਾਸਲ ਹੁੰਦੀ ਹੈ ਜੇ ਪਰਮੇਸ਼ਰ ਤੁਹਾਡੀ ਪ੍ਰਾਪਤੀ ਹੋ ਜਾਵੇ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਿਸੇ ਨੇ ਵੀ ਹੇ ਪਰਮੇਸ਼ਰ ਤੁਹਾਡੇ ਤੋਂ ਬਿਨਾਂ ਨਹੀਂ ਪ੍ਰਾਪਤ ਕੀਤੀ।
ਕਰਮ ਮਿਲਹਿ ਨਹੀਂ ਠਾਕ ਰਹਾਇਆ। ਕਰਮ ਮਿਲੈ ਨਾਹੀ ਠਾਕ ਰਹਾਈਆ। ਜੋ ਕਰਮ ਹੈ ਪਰਮੇਸ਼ਰ ਤੁਸੀਂ ਕਿਰਪਾ ਕਰਕੇ ਮਿਹਰਾਮਤ ਕਰਕੇ ਜਿਸ ਜੀਵ ਨੂੰ ਤੁਸੀਂ ਦਾਤਾਂ ਇਹ ਜਿਹੜੀਆਂ ਪਰ ਦੇ ਦਿੰਦੇ ਹੋ ਨਹੀਂ ਨਾ ਹੀ ਠਾਕ ਰਹਾਈਆ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਕੋਈ ਉਹਨਾਂ ਦੇ ਰਾਹ 'ਚ ਰੁਕਾਵਟ ਨਹੀਂ ਬਣ ਸਕਦਾ। ਇਸੇ ਹੀ ਪ੍ਰਕਾਰ ਕਰਮ ਮਿਲੈ, ਜੋ ਕਰਮਾਂ ਦੇ ਵਿੱਚ ਜੋ ਆਪਣੇ ਦਾਤਾਂ ਹੁੰਦੀਆਂ ਹਨ ਲਿਖੀਆਂ ਹੁੰਦੀਆਂ ਹਨ ਪਰਮੇਸ਼ਰ ਨੇ ਮਿਲੈ ਉਹ ਮਿਲਦੇ ਹਨ ਨਾ ਹੀ ਠਾਕ ਰਹਾਈਆ, ਅਤੇ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਬਣ ਸਕਦਾ। ਉੱਪਰ ਸਤਿਗੁਰਾਂ ਨੇ ਫਰਮਾਇਆ ਕਿ ਤੁਧ ਬਿਨ ਤੁਹਾਡੇ ਤੋਂ ਬਿਨਾਂ ਕੋਈ ਪ੍ਰਾਪਤ ਵੀ ਨਹੀਂ ਕਰ ਸਕਦਾ। ਤੇ ਹੇ ਪਰਮੇਸ਼ਰ ਜਿਸ ਨੂੰ ਤੁਸੀਂ ਕਰਮਾਂ 'ਚ ਲਿਖਤੀਆਂ, ਜਿਸ ਨੂੰ ਤੁਸੀਂ ਦੇਣਾ ਚਾਹੋ ਨਾ ਹੀ ਠਾਕ ਰਹਾਈਆ, ਉਸ ਨੂੰ ਕੋਈ ਰੋਕ ਵੀ ਨਹੀਂ ਸਕਦਾ, ਕੋਈ ਉਸ ਦੇ ਰਾਹ 'ਚ ਰੁਕਾਵਟ ਵੀ ਨਹੀਂ ਬਣ ਸਕਦਾ। ਅਤੇ ਇਸੇ ਹੀ ਪ੍ਰਕਾਰ ਕਰਮ ਮਿਲੈ ਨਾ ਹੀ ਠਾਕ ਰਹਾਈਆ, ਅਤੇ ਜੇਕਰ ਕਰਮਾਂ ਦੇ ਵਿੱਚ ਨਾ ਹੋਵੇ ਉਹ ਨਹੀਂ ਮਿਲ ਸਕਦਾ ਤੇ ਠਾਕ ਰਹਾਈਆ, ਉਤਨਾ ਚਿਰ ਉਹ ਰੁਕਿਆ ਹੀ ਰਹਿੰਦਾ ਹੈ। ਜੋ ਦਾਤ ਹੁੰਦੀ ਹੈ ਉਹ ਰੁਕੀ ਹੀ ਰਹਿੰਦੀ ਹੈ ਜਿੰਨਾ ਚਿਰ ਸਤਿਗੁਰਾਂ ਦੀ ਕਰਮ ਮਿਹਰਾਮਤ ਅਤੇ ਕਰਮਾਂ ਵਿੱਚ ਨਾ ਹੋਵੇ। ਆਖਣ ਵਾਲਾ ਕਿਆ ਵਿਚਾਰਾ। ਹੇ ਪਰਮੇਸ਼ਰ ਤੁਹਾਨੂੰ ਆਖਣ ਵਾਲਾ, ਤੁਹਾਡੀਆਂ ਵਡਿਆਈਆਂ ਆਖਣ ਵਾਲਾ ਇਹ ਵਿਚਾਰਾ ਜੀਵ, ਇਹ ਤੁੱਛ ਮਾਤਰ ਜੀਵ ਕੌਣ ਹੁੰਦਾ ਹੈ ਤੁਹਾਡੇ ਅੱਗੇ? ਭਾਵ ਕੁਛ ਵੀ ਨਹੀਂ ਹਸਤੀ ਰੱਖਦਾ। ਸਿਫਤੀ ਭਰੇ ਤੇਰੇ ਭੰਡਾਰਾ। ਹੇ ਪਰਮੇਸ਼ਰ ਇਹ ਜੋ ਤੁਹਾਡੇ ਭੰਡਾਰ ਹਨ ਇਹ ਸਿਫਤੀਆਂ ਦੇ ਨਾਲ, ਤੁਹਾਡੀ ਜੋ ਭਗਤੀ ਰੂਪ ਸਿਫਤ ਸਲਾਹ ਹੈ ਉਹਦੇ ਨਾਲ ਤੁਹਾਡੇ ਭੰਡਾਰੇ ਭਰੇ ਹੋਏ ਹਨ, ਹਮੇਸ਼ਾ ਭਰੇ ਰਹਿੰਦੇ ਹਨ। ਤੁਸੀਂ ਅਜਿਹੀ ਆਪਣੇ ਭਗਤਾਂ ਤੇ ਕਿਰਪਾ ਕਰਦੇ ਹੋ। ਅੱਗੇ ਸਤਿਗੁਰੂ ਫਰਮਾਉਂਦੇ ਹਨ, ਜਿਸ ਤੂੰ ਦੇ ਤਿਸੇ ਕਿਆ ਚਾਰਾ। ਤੇ ਹੇ ਪਰਮੇਸ਼ਰ ਇਹ ਜਿਹੜੀਆਂ ਵਡਿਆਈਆਂ ਹਨ ਨਾ ਸਿਫਤੀ ਭਰੇ ਤੇਰੇ ਭੰਡਾਰਾ, ਜਿਹੜੇ ਤੇਰੇ ਭੰਡਾਰੇ ਇਹ ਸਿਫਤ ਸਲਾਹ ਦੇ ਨਾਲ ਭਰੇ ਹੋਏ ਹਨ, ਉਹ ਹੈ ਪਰਮੇਸ਼ਰ ਜਿਸ ਤੂੰ ਦੇਹ, ਜਿਸ ਨੂੰ ਤੂੰ ਦੇ ਦਿੰਦਾ ਹੈ ਭਗਤੀ ਰੂਪ ਵਡਿਆਈ, ਤਿਸੈ ਕਿਆ ਚਾਰਾ। ਅਤੇ ਉਸ ਨੂੰ ਕੀ ਚਾਰਾ, ਭਾਵ ਕੀ ਉਹਨੂੰ ਡਰ ਹੋ ਸਕਦਾ ਹੈ, ਅਥਵਾ ਕਿਆ ਚਾਰਾ ਉਸ ਨੂੰ ਕੀ ਘਾਟ ਹੋ ਸਕਦੀ ਹੈ, ਭਾਵ ਕੋਈ ਘਾਟ ਨਹੀਂ ਹੋ ਸਕਦੀ ਜਿਸ ਨੂੰ ਪਰਮੇਸ਼ਰ ਆਪ ਇਹ ਦਾਤਾਂ ਦੇਣ ਤੇ ਆ ਜਾਵੇ। ਅਥਵਾ ਜੋ ਦਾਤਾਂ ਦੁਨਿਆਵੀ ਹਨ ਉਹ ਪਰਮੇਸ਼ਰ ਜਿਸ ਨੂੰ ਦਿੰਦਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ, ਉਸ ਨੂੰ ਕਿਸੇ ਉਸ ਚੀਜ਼ ਨੂੰ ਖੋਣ ਦਾ ਉਸ ਨੂੰ ਡਰ ਭੌ ਨਹੀਂ ਹੁੰਦਾ। ਅਤੇ ਇਸ ਪ੍ਰਕਾਰ ਜਿਸ ਨੂੰ ਤੂੰ ਬੰਦਗੀ ਦੀ ਵਡਿਆਈ, ਨਾਮ ਸਿਮਰਨ ਦੀ ਜੋ ਵਡਿਆਈ ਦੇ ਦਿੰਦਾ ਹੈ ਪਰਮੇਸ਼ਰ, ਉਸ ਦੇ ਅੱਗੇ ਕੋਈ ਚਾਰਾ, ਉਸ ਨੂੰ ਡਰ ਖੌਫ ਜਾਂ ਕਿਸੇ ਦੁਆਰਾ ਖੋਏ ਜਾਣ ਦਾ ਉਸ ਨੂੰ ਡਰ ਨਹੀਂ ਹੁੰਦਾ। ਨਾਨਕ ਸੱਚ ਸਵਾਰਨ ਹਾਰਾ। ਸਤਿਗੁਰੂ ਨਾਨਕ ਦੇਵ ਜੀ ਮਾਤਾ ਨਾਨਕੀ ਜੀ ਨੂੰ ਇਹ ਬਚਨ ਕਹਿ ਰਹੇ ਹਨ ਕਿ ਹੇ ਬੇਬੇ ਜੀ, ਸੱਚ ਜੋ ਸੱਚਾ ਪਰਮੇਸ਼ਰ ਹੈ ਉਹ ਸਦਾ ਸੱਚਾ ਹੈ, ਸਥਿਰ ਹੈ ਅਤੇ ਸਵਾਰਨਹਾਰਾ। ਉਹ ਸਾਨੂੰ ਜੀਵਾਂ ਨੂੰ ਸਵਾਰ ਕੇ ਘੜ ਕੇ ਉਹਨਾਂ ਦੀ ਪ੍ਰਤਪਾਲਣਾ ਉਹ ਪਰਮੇਸ਼ਰ ਕਰਦਾ ਹੈ। ਐਸਾ ਉਹ ਪਰਮੇਸ਼ਰ ਹੈ। ਇਹ ਸਤਿਗੁਰਾਂ ਨੇ ਜੋ ਬਚਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਰਮੇਸ਼ਰ ਦੀ ਜੋ ਵਡਿਆਈ ਅਤੇ ਪਰਮੇਸ਼ਰ ਦਾ ਕਿੱਡਾ ਵੱਡਾ ਆਕਾਰ ਹੈ, ਕਿਤਨਾ ਵੱਡਾ ਹੈ, ਇਹ ਜੋ ਸ਼ਬਦ ਮਾਤਾ ਨਾਨਕੀ ਜੀ ਹੁਣਾਂ ਪਾਸੋਂ ਪੁੱਛਣ ਤੇ ਸਤਿਗੁਰਾਂ ਨੇ ਇਹ ਫਰਮਾਇਆ ਸੀ, ਤਾਂ ਉਹਨਾਂ ਨੇ ਸਤਿਗੁਰਾਂ ਨੇ ਇਹ ਉਸ ਸਮੇਂ ਸ਼ਬਦ ਉਚਾਰਨ ਕੀਤਾ। ਇਸੇ ਹੀ ਪ੍ਰਕਾਰ ਸਾਧ ਸੰਗਤ ਅੱਜ ਆਪਾਂ ਜੋ ਸੋਦਰ ਰਹਿਰਾਸ ਸਾਹਿਬ ਜੀ ਦੇ 4 ਸ਼ਬਦ ਸੰਪੂਰਨ ਕਰ ਲਏ ਹਨ। ਪਹਿਲਾ ਜੋ ਹਰ ਜੁਗ ਜੁਗ ਭਗਤ ਉਪਾਇਆ, ਦੂਸਰਾ ਦੁੱਖ ਦਾਰੂ ਸੁਖ ਰੋਗ ਪਾਇਆ, ਅਤੇ ਤੀਸਰਾ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਅਤੇ ਚੌਥਾ ਸੁਣ ਵੱਡਾ ਆਖੈ ਸਭ ਕੋਏ। ਇਹ ਸਾਧ ਸੰਗਤ ਇਹ ਜੋ 4 ਸ਼ਬਦ ਹਨ ਆਪਾਂ ਸੰਪੂਰਨ ਕਰ ਲਏ ਹਨ। ਅੱਜ ਇਤਨੀਆਂ ਹਾਜ਼ਰੀਆਂ ਸਾਧ ਸੰਗਤ ਪ੍ਰਵਾਨ ਕਰਨੀਆਂ। ਸਾਧ ਸੰਗਤ ਇਹ ਜੋ ਕਥਾ ਹੁੰਦੀ ਹੈ ਸ਼ਾਮ ਨੂੰ ਸਵੇਰ ਦੇ ਸਮੇਂ 7 ਤੋਂ 8, ਇਹ ਸਾਰੀ ਹੀ ਸੰਗਤ ਹਾਜ਼ਰੀਆਂ ਭਰਿਆ ਕਰੀਏ, ਸਤਿਗੁਰਾਂ ਦੇ ਚਰਨਾਂ ਵਿੱਚ ਜੁੜੀਏ, ਕਿਉਂਕਿ ਸਾਧ ਸੰਗਤ ਸਤਿਗੁਰੂ ਫਰਮਾਉਂਦੇ ਹਨ ਇਹ ਜੋ ਸਤ ਸੰਗਤ ਕਰਨੀ ਹੈ ਇਹ ਚੰਦਨ ਦੀ ਨਿਆਈ ਹੈ। ਜਿਸ ਪ੍ਰਕਾਰ ਚੰਦਨ ਆਪਣੇ ਸਰੀਰ ਨੂੰ ਲਾਈਏ ਤਾਂ ਉਹ ਕਿਸੇ ਵੀ ਚੀਜ਼ ਨੂੰ ਲਾਈਏ ਤਾਂ ਚੰਦਨ ਦੀ ਖੁਸ਼ਬੂ ਉਸ ਦੇ ਵਿੱਚੋਂ ਮਹਿਕ ਆਉਣ ਲੱਗ ਪੈਂਦੀ ਹੈ। ਇਸ ਪ੍ਰਕਾਰ ਸਤ ਸੰਗਤ ਹੈ। ਅਤੇ ਜੋ ਸਤ ਸੰਗਤ ਤੋਂ ਇਲਾਵਾ ਕੁਸੰਗਤ ਹੈ, ਵਿਸ਼ਾ ਵਿਕਾਰਾਂ ਦੀ ਸੰਗਤ ਜਾਂ ਗੱਪਾਂ ਮਾਰਨੀਆਂ ਜਾਂ ਹੋਰ ਕਿਸੇ ਦੀ ਸੰਗਤ ਕਰਨੀ, ਸਤਿਗੁਰਾਂ ਤੋਂ ਇਲਾਵਾ ਸਾਖਤ ਦੀ ਸੰਗਤ ਕਰਨੀ, ਉਹ ਇਸ ਪ੍ਰਕਾਰ ਹੈ ਜਿਵੇਂ ਕੇਲੇ ਨਿਕਟ ਜਿਵੇਂ ਬੇਰ, ਜਿਵੇਂ ਕੇਲੇ ਦਾ ਬੂਟਾ
ਬੇਰਾਂ ਦੇ ਬੂਟੇ ਦੇ ਲਾਗੇ ਹੋਵੇ ਤਾਂ ਉਹ ਝੂਲੀ ਹੈ, ਉਹ ਚੀਰੀ ਹੈ। ਜਿਸ ਸਮੇਂ ਉਹ ਝੂਲਦਾ ਹੈ ਹਵਾ ਦੇ ਨਾਲ ਤਾਂ ਕੇਲੇ ਦੇ ਪੱਤੇ ਚੀਰ ਕੇ ਸਿੱਟ ਦਿੰਦਾ ਹੈ। ਇਸੇ ਪ੍ਰਕਾਰ ਸਾਕਤ ਦਾ ਸੰਗ ਜੋ ਹੈ ਉਹ ਨਹੀਂ ਕਰਨਾ ਚਾਹੀਦਾ। ਸਤਿਗੁਰੂ ਫਰਮਾਉਂਦੇ ਹਨ, ਸਤਿਗੁਰੂ ਚੰਦਨ ਦੀ ਨਿਆਈ ਹਨ। ਆਪਾਂ ਸਤਿਗੁਰਾਂ ਦੀ ਸੰਗਤ ਵਿੱਚ ਪਹੁੰਚ ਕਰਕੇ ਜੇਕਰ ਆਪਾਂ ਪਹੁੰਚਦੇ ਹਾਂ ਤਾਂ ਸਤਿਗੁਰੂ ਵੀ ਕਿਰਪਾ ਕਰਕੇ ਆਪਣੇ ਹਿਰਦੇ ਅੰਦਰੋਂ ਸਤਿਗੁਰੂ ਆਪਣੀ ਮਹਿਕ ਹੈ ਉਹ ਆਪਣੇ ਹਿਰਦੇ ਅੰਦਰ ਵੀ ਉਹ ਟਿਕਾ ਦਿੰਦੇ ਹਨ। ਸਾਧ ਸੰਗਤ ਇਸੇ ਹੀ ਪ੍ਰਕਾਰ ਜੋ ਨਵੇਂ ਸਾਲ ਬਾਬਤ ਵੀ ਬੇਨਤੀ ਕਰਨੀ ਸੀ ਕਿ ਸਾਧ ਸੰਗਤ ਸਤਿਗੁਰਾਂ ਦਾ ਜੋ ਫਰਮਾਨ ਕੀਤਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ, ਕਿ ਜੇਕਰ ਤੂੰ ਹੈ ਜੀਵ ਤੂੰ ਮੁਸਲਮਾਨ ਹੈ ਤਾਂ ਤੂੰ ਮੁਸਲਮਾਨ ਧਰਮ ਦੇ ਵਿੱਚ ਪੱਕਾ ਰਹਿ। ਜੇਕਰ ਤੂੰ ਹਿੰਦੂ ਹੈ ਤਾਂ ਹਿੰਦੂ ਧਰਮ ਦੇ ਅਨੁਸਾਰ ਆਪਣੇ ਕਰਮ ਕਾਂਡ ਕਰ, ਅਤੇ ਜੇਕਰ ਤੂੰ ਈਸਾਈ ਹੈ ਤਾਂ ਈਸਾਈਆਂ ਦੇ ਅਨੁਸਾਰ ਤੂੰ ਆਪਣੇ ਜੋ ਹਨ ਰੀਤੀ ਰਿਵਾਜ ਉਹ ਕਰ। ਪਰ ਜੇ ਤੂੰ ਸਿੱਖ ਹੈ ਤਾਂ ਸਿੱਖ ਬਣ ਕੇ ਰਹਿ। ਸਤਿਗੁਰਾਂ ਦਾ ਸਿੱਖ ਸਤਿਗੁਰਾਂ ਨੇ ਕਿਹਾ ਕਿ ਇੱਕ ਦਾ ਹੋ ਕੇ ਰਹਿ। ਕਹਿਣ ਤੋਂ ਮੁਰਾਦ ਸਾਧ ਸੰਗਤ ਅੱਜ ਜੋ 1 ਜਨਵਰੀ ਹੈ, ਅੱਜ ਦੇ ਦਿਨ ਜੋ ਈਸਾ ਮਸੀਹ ਜੋ ਈਸਾਈ ਲੋਕਾਂ ਦਾ ਜੋ ਪੈਗੰਬਰ ਹੈ ਉਸ ਦਾ ਅੱਜ ਜਨਮ ਦਿਨ ਹੈ, ਤਾਂ ਈਸਾਈਆਂ ਨੂੰ ਭਾਈ ਮੁਬਾਰਕਬਾਦ ਅੱਜ ਦੇ ਦਿਨ ਦੀ ਜੋ ਉਹਨਾਂ ਦੇ ਪੈਗੰਬਰ ਦਾ ਅੱਜ ਜਨਮ ਦਿਨ ਹੈ। ਅਤੇ ਸਾਧ ਸੰਗਤ ਜੋ ਸਿੱਖਾਂ ਦਾ ਨਵਾਂ ਸਾਲ ਹੈ ਉਹ ਸਾਧ ਸੰਗਤ ਚੇਤ ਦੇ ਮਹੀਨੇ ਦੇ ਅੰਦਰ ਆਰੰਭ ਹੁੰਦਾ ਹੈ। ਜਿਸ ਸਮੇਂ ਨਾਨਕਸ਼ਾਹੀ ਸੰਮਤ ਬਦਲਦੀ ਹੈ, ਚੇਤ ਦੇ ਮਹੀਨੇ ਦੇ ਅੰਦਰ ਸਿੱਖਾਂ ਦਾ ਜੋ ਨਵਾਂ ਸਾਲ ਆਰੰਭ ਹੁੰਦਾ ਹੈ। ਅਤੇ ਇਹ ਸਾਧ ਸੰਗਤ ਆਪਾਂ ਵਿਚਾਰ ਕਰਕੇ ਦੇਖ ਲਈਏ। ਸਾਰੀ ਹੀ ਸੰਗਤ ਦਾ ਧੰਨਵਾਦ ਜੋ ਅੱਜ ਕਥਾ ਵਿਚਾਰਾਂ ਕਰਦਿਆਂ ਅਨੇਕਾਂ ਗਲਤੀਆਂ ਹੋਈਆਂ ਸਤਿਗੁਰੂ ਬਖਸ਼ਣਹਾਰ ਹਨ, ਬਖਸ਼ ਲੈਣ। ਸਤਿਗੁਰੂ ਕੀ ਸੰਗਤ ਬਖਸ਼ ਲਵੇ ਅਤੇ ਇਸੇ ਹੀ ਤਰ੍ਹਾਂ ਸਤਿਗੁਰੂ ਉੱਦਮ ਬਖਸ਼ਿਸ਼ ਕਰਨ, ਰਹਿੰਦੀ ਕਥਾ ਆਪ ਵਿੱਚ ਵਰਤ ਕੇ ਕਰਾਉਣ। ਅਤੇ ਕੱਲ੍ਹ ਨੂੰ ਜੋ ਸ਼ਬਦ ਹੈ ਆਖਾਂ ਜੀਵਾਂ ਵਿਸਰੈ ਮਰ ਜਾਉ, ਇਹ ਜੋ ਸ਼ਬਦ ਸਤਿਗੁਰਾਂ ਦਾ ਹੈ ਇਸ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਅਤੇ ਆਖਰੀ ਪੰਕਤੀਆਂ ਪੜ੍ਹ ਕੇ ਹੁਣ ਸਮਾਪਤੀ ਹੈ ਜੀ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।